हाँ जी बेटा, ਜਿਹੜਾ ਟੌਪਿਕ ਕਰਦੇ ਪਏ ਸੀ ਆਪਾਂ ਕੱਲ ਉਸੇ ਨੂੰ ਕੰਟੀਨਿਊ ਕਰਾਂਗੇ। ਟੌਪਿਕ ਸੀਗਾ ਡਿਫਰੈਕਸ਼ਨ ਆਫ ਲਾਈਟ ਐਟ ਅ ਸਿੰਗਲ ਸਲਿਟ, ਤੇ ਉਹ ਚ ਅਸੀਂ ਐਸ ਸੱਚ ਕੱਲ ਇੰਨਾ ਪੋਰਸ਼ਨ ਕੀਤਾ ਸੀ। ਰਿਪੀਟ ਕਰ ਰਿਹਾ, ਕੁਝ ਵਰਡਸ ਜਿਹੜੇ ਨੇ ਜ਼ਰੂਰੀ ਨੇ, ਸਮਝ ਲਿਓ ਕਿ ਜੇਕਰ ਇਸ ਲਾਈਟ ਦੇ ਸੋਰਸ ਤੋਂ ਲਾਈਟ ਰੇ ਟਰੈਵਲ ਕਰਕੇ ਇਸ ਸਲਿਟ ਦੇ ਥਰੂ ਪਾਸ ਔਨ ਕਰਕੇ ਇਸ ਸਕਰੀਨ ਤੇ ਪਹੁੰਚਦੀਆਂ ਵਾ, ਹਨਾ, ਤੇ ਵੀ ਆਬਜ਼ਰਵ ਕਿ ਇਸ ਸਕਰੀਨ ਦੇ ਸੈਂਟਰ ਤੇ ਇੱਕ ਬ੍ਰਾਈਟ ਸਪੌਟ ਬਣਦਾ ਵਾ और ਉਹਦੇ ਅਰਾਊਂਡ ਸੈਂਟਰਲ ਬ੍ਰਾਈਟ ਸਪੌਟ ਦੇ ਅਰਾਊਂਡ ਮੇਰੇ ਕੋਲ ਜਿਹੜੇ ਨੇ ਉਹ ਐਸਾ ਚ ਕੁਝ ਡਿਫਰੈਕਟਡ ਪੈਟਰਨ ਬਣਦੇ ਆ। ਡਿਫਰੈਕਟਡ ਪੈਟਰਨ ਦਾ ਮਤਲਬ ਇਹ ਸੀਗਾ ਕਿ ਸੈਂਟਰਲ ਪੈਟਰਨ ਦੇ ਅਰਾਊਂਡ ਮੇਰੇ ਕੋਲ ਜਿਹੜੇ ਨੇ ਕੁਝ ਐਸਾ ਚ ਕਿੰਨਾ ਜੀ ਜਿਹੜੇ ਨੇ ਉਹ ਲੋ ਇੰਟੈਂਸਿਟੀ ਤੇ ਜ਼ੀਰੋ ਇੰਟੈਂਸਿਟੀ ਦੇ ਕੁਝ ਪੈਟਰਨ ਜਿਹੜੇ ਨੇ ਉਹ ਜਨਰੇਟ ਹੁੰਦੇ ਆ। ਮਤਲਬ ਉਦੋਂ ਇਥੋਂ ਜੇ ਬੁੱਕ ਵਾਈਜ਼ ਬੋਲਾਂ ਬੇਟਾ ਤੇ ਇੱਥੇ ਇੱਕ ਆ ਪੈਟਰਨ ਸ਼ੋ ਅਪ ਕਰਦਾ ਪਿਆ। कुछ इस टाइप की चीज मैनू ऑब्जर्व हो रही है कि भी स्क्रीन के सेंटर ते ब्राइट स्पॉट बनया, ठीक है जी, ते इहदे अराउंड फिर इस टाइप का कुछ डार्क पैटर्न आया, फिर उस तो कुछ लो इंटेंसिटी का ब्राइट आया, फिर कुछ डार्क इंटेंसिटी का पैटर्न आया, फिर कुछ लो इंटेंसिटी का आया। यानी इस तरह करके मेरे को स्क्रीन के सेंटर के अराउंड जिहड़े ब्राइट डार्क कुछ होर एडिशनल पैटर्न बने हैं। कहना जी ਉਹਦੀ ਐਕਸਪਲੇਨੇਸ਼ਨ ਕੀ ਹੈ, ਤੇ ਉਹਦੇ ਲਈ ਅਸੀਂ ਇਹ ਕਿਹਾ ਕਿ ਜਦੋਂ ਲਾਈਟ ਮੇਰੇ ਕੋਲ ਜਿਹੜੀ ਆ ਉਹ ਇਸ ਸਲਿਟ ਚੋਂ ਪਾਸ ਹੋ ਕੇ ਇਸ ਸਕਰੀਨ ਤੱਕ ਜਾਂਦੀ ਆ ਤੇ ਲਾਈਟ ਇਸ ਸਲਿਟ ਦੇ ਕਾਰਨਰ ਤੋਂ ਡਿਫਰੈਕਟਡ ਪੈਟਰਨ ਬਣਾ ਕੇ ਦਿੰਦੀ ਹੈ। ਯਾਨੀ ਉਹ ਲਾਈਟ ਦੀ ਇਸ ਪੁਆਇੰਟ ਤੋਂ ਬੈਂਡਿੰਗ ਜਿਹੜੀ ਆ ਉਹ ਸ਼ੋ ਆਫ ਕਰਦੀ ਆ। ਕਿ ਇੰਨੀ ਗੱਲ ਸਮਝ ਲੱਗਦੀ ਵੀ? ਯੈਸ ਸਰ। ਕੰਟੀਨਿਊ ਕਰ ਰਿਹਾ। सो इत्थे आपां वर्ड लिते कि भी जदों इस लेंस दे विचों दी लाइट पास करके प्लेन वेव फ्रंट दी फॉर्म च ट्रैवल करते हुए इस स्लिट दे थ्रू निकलन लगी ते स्लिट चों लाइट पास ऑन करके पैरेलल बीम दी फॉर्म च जदों इस लेंस L2 ते स्ट्राइक कीती ते लेंस L2 ते जदों पैरेलल बीम स्ट्राइक करेगी इन्हें कन्वर्जिंग लेंस होने करके उन्हां लाइट रे नूं एक पॉइंट दे उत्ते कन्वर्ज कर दिता। ठीक है, यानी सारी कन्वर्जेंट लाइट जिहड़ी आ ਉਹ ਐਸਾ ਜਿਸ ਲੈਂਸ ਦੇ ਫੋਕਸ ਤੇ ਆ ਕੇ ਕਨਵਰਜ ਕਰ ਗਈ ਔਰ ਇਹਦਾ ਜਿਹੜੀ ਸਕਰੀਨ ਹੈਗੀ ਆ ਉਹ ਇਸ ਲੈਂਸ ਦੇ ਫੋਕਸ ਤੇ ਪਈ ਆ। ਇਧਰ ਜਿਹੜਾ ਲਾਈਟ ਦਾ ਸੋਰਸ ਸੀਗਾ, ਠੀਕ ਹੈ ਜੀ, ਜਿਹੜਾ ਲਾਈਟ ਦਾ ਸੋਰਸ ਸੀਗਾ ਉਹ ਇਸ ਲੈਂਸ L1 ਦੇ ਫੋਕਸ ਤੇ ਆ ਔਰ ਇਹ ਪੈਰਲਲ ਬੀਮ ਬਣਾਉਂਦਾ। ਪੈਰਲਲ ਬੀਮ ਜਦੋਂ ਲੈਂਸ L2 ਚੋਂ ਪਾਸ ਕਰਦੀ ਤੇ ਇਹ ਉਸ ਲਾਈਟ ਨੂੰ ਕਨਵਰਜ ਕਰਕੇ ਲੈਂਸ ਦੇ ਫੋਕਸ ਤੇ ਕਹਿੰਦਾ ਜੀ ਲੈ ਕੇ ਆਂਦਾ ਤੇ ਲੈਂਸ ਦਾ ਜਿੱਥੇ ਫੋਕਸ ਆ, ਠੀਕ ਹੈ ਜੀ, ਉਸੇ ਥਾਂ ਤੇ ਅਸੀਂ ਆਪਣੀ ਜਿਹੜੀ ਸਕਰੀਨ ਰੱਖੀ ਹੋਈ ਆ ਤੇ ਸਕਰੀਨ ਦੇ ਸੈਂਟਰ ਤੇ ਫਿਰ ਮੈਨੂੰ ਬ੍ਰਾਈਟ ਸਪੌਟ ਤੇ ਉਹਦੇ ਆਲੇ ਦੁਆਲੇ ਮੈਨੂੰ ਜਿਹੜੇ ਨੇ ਉਹ ਕੁਝ ਬ੍ਰਾਈਟ ਡਾਰਕ ਪੈਟਰਨ ਬਣਦੇ ਦਿਖਦੇ। ਉਹਦੇ ਲਈ ਅਸੀਂ ਆ ਸ਼ੋ ਕੀਤਾ ਕਿ ਪੈਰਲਲ ਬੀਮ, ਠੀਕ ਹੈ ਜੀ, ਐਸਾ ਚ ਕਨਵਰਜ ਕਰਕੇ ਸੈਂਟਰ ਤੇ ਬ੍ਰਾਈਟ ਸਪੌਟ ਬਣਾਉਂਦੀ ਪਈ। ਉਸ ਤੋਂ ਬਾਅਦ ਜੇ ਮੇਰੇ ਕੋਲ ਆ ਐਸਾ ਚ ਲਾਈਟ ਦਾ ਸਟ੍ਰੇਟ ਪਾਥ ਹੀ ਲਵਾਂ, ਪਲੇਨ ਵੇਵ ਫਰੰਟ ਦੀ ਫਾਰਮ ਚ ਲਾਈਟ A' ਤੋਂ B' ਵਾਲੇ ਹਿੱਸੇ ਚ ਮੈਨੂੰ ਮਿਲਣੀ ਆ, ਇਸ ਤੋਂ ਉੱਪਰ ਇਸ ਤੋਂ ਥੱਲੇ ਨਹੀਂ ਮਿਲਣੀ। ਪਰ ਐਕਸਪੈਰੀਮੈਂਟਲੀ A' ਵਾਲੇ ਪੋਰਸ਼ਨ ਚ, ਇਧਰੋਂ ਕਹਿ ਦਵਾਂ B' ਵਾਲੇ ਪੋਰਸ਼ਨ ਚ ਮੈਨੂੰ ਇੱਥੇ ਕੁਝ ਲਾਈਟ ਦੇ ਸ਼ੇਡਸ ਜਿਹੜੇ ਨੇ ਉਹ ਮਿਲਦੇ ਪਏ ਤੇ ਅਸੀਂ ਉਹਦੀ ਐਕਸਪਲੇਨੇਸ਼ਨ ਦਿੰਨੇ ਪਏ ਕਿ ਇਹਦਾ ਮਤਲਬ ਜੇ A' ਵਾਲੇ ਪੁਆਇੰਟ ਤੇ ਮੈਨੂੰ ਕੁਝ ਐਡੀਸ਼ਨਲ ਲਾਈਟ ਮਿਲੀ ਆ, ਹਨਾ, ਤੇ ਇਹਦਾ ਮਤਲਬ ਆ A ਔਰ B ਵਾਲੇ ਪੁਆਇੰਟ ਤੋਂ ਜਿਹੜੀਆਂ ਐਸ ਸੱਚ ਲਾਈਟ એનર્ਜੀ ਦੀ ਡਿਸਟਰਬੈਂਸ ਆ ਉਹ ਤੇ ਇੱਕ ਵਰਡ ਧਿਆਨ ਨਾਲ ਤੁਹਾਡੇ ਸੁਣਨ ਵਾਲਾ ਹੈਗਾ। ਜਿਹੜੀਆਂ ਲਾਈਟ ਸੋਰਸਸ ਤੋਂ ਡਿਸਟਰਬੈਂਸ ਯਾਨੀ ਵੇਵਸ ਕ੍ਰੀਏਟ ਹੋਈਆਂ ਉਹ ਵੇਵਸ A ਔਰ B ਵਾਲੇ ਪੋਰਸ਼ਨ ਚੋਂ ਟਰੈਵਲ ਕਰਕੇ ਇਸ A' ਵਾਲੇ ਪੁਆਇੰਟ ਤੇ ਸੁਪਰ ਇੰਪੋਜ਼ ਹੋਈਆਂ, ਜਿਹਦੇ ਨਾਲ ਇਸ ਪੋਜੀਸ਼ਨ ਤੇ ਬ੍ਰਾਈਟ ਜਾਂ ਡਾਰਕ ਜਿਹੜਾ ਵਾ ਉਹ ਮੇਰੇ ਕੋਲ ਕੋਈ ਪੈਟਰਨ ਬਣ ਕੇ ਆਏਗਾ। ਇਹਨੇ ਗੱਲ ਕਲੀਅਰ ਹੈ ਜੀ? Yes, sir. Yes, sir. Yes, sir. ਸਿੰਬੋਲਿਕਲੀ ਇਹ ਦਿਖਾ ਦਿੱਤਾ ਕਿ A ਤੋਂ ਥੀਟਾ ਐਂਗਲ ਤੇ ਲਾਈਟ ਬੈਂਡ ਕਰਕੇ ਜਦੋਂ A' ਵਾਲੇ ਪੁਆਇੰਟ ਤੇ ਇਹਦੇ C ਤੋਂ ਇਹਦੇ B ਤੋਂ ਜਦੋਂ ਲਾਈਟ ਟਰੈਵਲ ਕਰਕੇ A' ਵਾਲੇ ਪੁਆਇੰਟ ਤੇ ਪਹੁੰਚਦੀ ਆ ਤੇ ਉਦੋਂ ਇੱਥੇ ਮੇਰੇ ਕੋਲ ਜਿਹੜਾ ਸੈਕੰਡਰੀ ਮੈਕਸਿਮਾ ਜਾਂ ਸੈਕੰਡਰੀ ਮਿਨੀਮਾ ਦਾ ਇੱਥੇ ਜਿਹੜਾ ਵਾ ਉਹ ਪੋਜੀਸ਼ਨ ਕਹਿੰਦਾ ਜੀ ਕ੍ਰੀਏਟ ਹੁੰਦੀ ਹੈ। ਹੁਣ ਇਹ ਸੈਕੰਡਰੀ ਮੈਕਸਿਮਾ ਦੀ ਪੋਜੀਸ਼ਨ ਆ ਜਾਂ ਸੈਕੰਡਰੀ ਮਿਨੀਮਾ। ਮੈਂ ਕੱਲ ਦੱਸਿਆ ਸੀ ਸੈਕੰਡਰੀ ਮੈਕਸਿਮਾ ਵਰਡ ਕਿਉਂ ਆਇਆ, ਕਿਉਂਕਿ ਜਦੋਂ ਇੰਟਰਫੇਰੈਂਸ ਪਿਛਲੇ ਚੈਪਟਰ 'ਚ ਆਪਾਂ ਪੜ੍ਹੀ ਨਾ
ਤੇ ਇੰਟਰਫੇਰੈਂਸ ਦੇ ਅੰਦਰ ਅਸੀਂ ਇਹ ਦੱਸਿਆ ਸੀ ਕਿ ਸਕਰੀਨ ਦੇ ਸੈਂਟਰ 'ਚ ਆ ਦਿਖਾਇਆ ਸੀ ਕਿ ਵੀ ਜੇ ਆ ਮੇਰੀ ਸਕਰੀਨ ਆ, ਇਸ ਸਕਰੀਨ ਦੇ ਹਰ ਪੁਆਇੰਟ ਦੇ ਉੱਤੇ ਪੂਰੀ ਸਕਰੀਨ ਦੇ ਹਰ ਪੁਆਇੰਟ ਦੇ ਉੱਤੇ ਸੇਮ ਇੰਟੈਂਸਿਟੀ ਦੇ ਪੈਟਰਨ ਬਣਦੇ ਆ। ਮਤਲਬ ਇਹ ਨਹੀਂ ਹੋਏਗਾ ਕਿ ਸੈਂਟਰ ਦੇ ਵਿੱਚ ਮੈਕਸਿਮਮ ਇੰਟੈਂਸਿਟੀ ਆਈ, ਉਸ ਤੋਂ ਬਾਅਦ ਜਿਹੜੀ ਇੰਟੈਂਸਿਟੀ ਆ ਉਹਦੇ ਵਿੱਚ ਕੋਈ ਵੇਰੀਏਸ਼ਨ ਆ। ਕਹਿੰਦਾ ਜੀ ਸੈਂਟਰ 'ਚ ਲੈ ਲਓ, ਸਕਰੀਨ ਦੇ ਸੈਂਟਰ ਤੋਂ ਤੁਸੀਂ ਐਸ ਸੱਚ ਔਨ ਦੀ ਪੋਜ਼ਿਟਿਵ ਔਰ ਨੈਗੇਟਿਵ ਸਾਈਡ ਕਿਸੇ ਪਾਸੇ ਮੂਵ ਕਰ ਦਿਓ, ਇੰਟੈਂਸਿਟੀ ਹਰ ਪੁਆਇੰਟ ਤੇ ਸੇਮ ਆ। ਪਰ ਜਦੋਂ ਅਸੀਂ ਗੱਲ ਕਰਦੇ ਡਿਫਰੈਕਟਿਡ ਪੈਟਰਨ ਦੀ, ਤੇ ਡਿਫਰੈਕਟਿਡ ਪੈਟਰਨ ਦੇ ਅੰਦਰ ਮੇਰੇ ਕੋਲ ਕੁਝ ਇਸ ਟਾਈਪ ਦਾ ਪੈਟਰਨ ਜਿਹੜਾ ਜਨਰੇਟ ਹੁੰਦਾ, ਸਕਰੀਨ ਦੇ ਸੈਂਟਰ 'ਚ ਮੈਕਸਿਮਮ ਇੰਟੈਂਸਿਟੀ ਦਾ, ਔਰ ਉਸ ਤੋਂ ਬਾਅਦ ਅਗਲੀ ਵਾਰੀ ਜਦੋਂ ਇੰਟੈਂਸਿਟੀ ਦੀ ਵੈਲਿਊ ਵਧੀ ਆ ਤੇ ਉਹ ਜਿੰਨਾ ਸੈਂਟਰ 'ਚ ਮੈਕਸਿਮਮ ਇੰਟੈਂਸਿਟੀ ਆਈ ਓਨੀ ਨਹੀਂ ਆਈ, ਉਸ ਤੋਂ ਘੱਟ ਆਈ। ਇਸ ਲਈ ਇਹਨੂੰ ਸੈਂਟਰਲ ਮੈਕਸਿਮਾ ਕਹਿੰਦੇ, ਔਰ ਇਹਨੂੰ ਅਸੀਂ ਸੈਕੰਡਰੀ ਫਸਟ ਮੈਕਸਿਮਾ, ਇਹਨੂੰ ਅਸੀਂ ਸੈਕੰਡ ਸੈਕੰਡਰੀ ਮੈਕਸਿਮਾ, ਇਹਨੂੰ ਅਸੀਂ ਥਰਡ ਸੈਕੰਡਰੀ ਮੈਕਸਿਮਾ, ਇਸ ਟਾਈਪ ਨਾਲ ਇਹਦੇ ਨਾਮ ਅਸੀਂ ਡਿਫਾਈਨ ਕਰਦੇ ਪੋਜੀਸ਼ਨਸ ਦੇ। ਪਰ ਆ ਸਾਰੀਆਂ ਪੋਜੀਸ਼ਨਸ ਮੇਰੀਆਂ ਮਿਨੀਮਾ ਦੀਆਂ ਪੋਜੀਸ਼ਨਸ ਨੇ, ਯਾਨੀ ਮਿਨੀਮਮ ਇੰਟੈਂਸਿਟੀ ਦੀ ਪੋਜੀਸ਼ਨਸ ਨੇ। क्या आ ग्राफ की समझ आ रही? यस सर। सो आ ਜਿਹੜਾ ਮੇਰੇ ਕੋਲ ਗ੍ਰਾਫ ਪਲਾਟ ਹੁੰਦਾ ਪਿਆ, ਇਹਦੀ ਐਕਸਪਲੇਨੇਸ਼ਨ ਦਿੱਤੀ ਸੀ, ਆਪਾਂ ਗੱਲ ਸ਼ੁਰੂ ਕੀਤੀ ਸੀਗੀ ਕਿ ਜੇ ਸਕਰੀਨ ਦੇ ਸੈਂਟਰ ਤੇ ਮੈਨੂੰ ਮੈਕਸਿਮਮ ਇੰਟੈਂਸਿਟੀ ਦਾ ਪੈਟਰਨ ਮਿਲਿਆ ਵਾ, ਹਨਾ, ਤੇ ਉਹਦਾ ਕੀ ਕਾਜ਼ ਆ, ਤੇ ਉਸ ਤੋਂ ਬਾਅਦ ਜੇ ਇੰਟੈਂਸਿਟੀ ਮੇਰੇ ਕੋਲ ਜਿਹੜੀ ਆ ਸੈਂਟਰ ਨਾਲੋਂ ਘਟਦੀ ਗਈ ਤੇ ਉਹਦਾ ਕੀ ਕਾਜ਼ ਆ। ਉਹਦੇ ਲਈ ਆਪਾਂ ਗੱਲ ਇੱਥੇ ਗੱਲ ਕੀਤੀ ਸੀਗੀ ਕਿ ਵੀ ਪੋਜੀਸ਼ਨ ਆਫ ਸੈਕੰਡਰੀ ਮੈਕਸਿਮਾ ਤੇ ਪੋਜੀਸ਼ਨ ਆਫ ਸੈਕੰਡਰੀ ਮਿਨੀਮਾ, ਇਹ ਦੋ ਕੰਡੀਸ਼ਨਾਂ ਅਸੀਂ ਪੜ੍ਹਨੀਆਂ ਨੇ। ਸੈਂਟਰਲ ਮੈਕਸਿਮਾ ਲਈ ਅਸੀਂ ਇਹ ਦੱਸਿਆ ਸੀ ਕਿ ਜੇ ਸਕਰੀਨ ਦੇ ਸੈਂਟਰ ਤੇ ਤੁਹਾਨੂੰ ਮੈਕਸਿਮਮ ਬ੍ਰਾਈਟ ਪੈਟਰਨ ਦਿਖਿਆ ਤੇ ਉਹਦਾ ਕਾਰਨ ਇਹ ਆ ਕਿ ਜਦੋਂ ਆ WW' ਵਾਲਾ ਵੇਵ ਫਰੰਟ ਯਾਨੀ ਲਾਈਟ એનર્ਜੀ ਇਸ AB ਵਾਲੀ ਸਲਿਟ ਤੇ ਸਟ੍ਰਾਈਕ ਕੀਤੀ, ਯਾਨੀ ਇਸ ਛੇਕ ਤੇ ਇਸ ਹੋਲ ਚੋਂ ਨਿਕਲਣ ਲੱਗੀ, ਤੇ ਅਸੀਂ ਇਹਨੂੰ ਸੈਂਟਰ ਦੇ ਵਿੱਚੋਂ ਵੇਵ ਫਰੰਟ ਨੂੰ ਡਿਵਾਈਡ ਕਰ ਲਿਆ ਇਸ ਪੁਆਇੰਟ ਤੇ। ਉਹ ਕਹਿੰਦਾ ਵੇਵ ਫਰੰਟ ਦਾ ਜਿਹੜਾ AC ਪੋਰਸ਼ਨ ਆ ਤੇ ਵੇਵ ਫਰੰਟ ਦਾ ਜਿਹੜਾ CB ਪੋਰਸ਼ਨ ਆ, ਇਹਦੇ ਵਿੱਚੋਂ ਜਿਹੜੀਆਂ ਵੇਵ ਜਿਹੜੀਆਂ ਨੇ ਇਹ ਤੋਂ ਡਿਸਟਰਬੈਂਸ ਟਰੈਵਲ ਕਰਕੇ ਉਹ ਪੁਆਇੰਟ ਤੇ ਪਹੁੰਚੀਆਂ, ਤੇ ਸਿਮਿਲਰਲੀ ਜਿਹੜੀਆਂ ਡਿਸਟਰਬੈਂਸ ਜਿਹੜੀਆਂ ਲਾਈਟ ਡਿਸਟਰਬੈਂਸ CB ਪੋਰਸ਼ਨ ਚੋਂ ਟਰੈਵਲ ਕਰਕੇ ਉਹ ਪੁਆਇੰਟ ਤੇ ਆਈਆਂ, ਤੇ ਦੋਨੋਂ ਪਾਸਿਓਂ ਕੋਈ ਵੀ ਮੈਂ ਸਿਮੈਟ੍ਰਿਕ ਪੁਆਇੰਟ ਲਈ ਚੱਲਾ ਤੇ ਉਹ ਹਰ ਸਿਮੈਟ੍ਰਿਕ ਪੁਆਇੰਟ ਦੇ ਕੋਰਸਪੋਂਡਿੰਗ ਇਕੁਅਲ એનર્ਜੀ ਜਿਹੜੀ ਆ ਉਹ ਇਕੁਅਲ ਪਾਥ ਲੈਂਥ ਕਵਰ ਕਰਕੇ ਸਕਰੀਨ ਦੇ ਸੈਂਟਰ ਤੇ ਪਹੁੰਚਦੀ ਹੈ। ਇਹਦਾ ਮਤਲਬ ਇਹ ਸੀਗਾ ਕਿ ਜਿਹੜੀ ਵੀ ਡਿਸਟਰਬੈਂਸ AC ਪੋਰਸ਼ਨ ਚੋਂ ਤੇ CB ਪੋਰਸ਼ਨ ਚੋਂ ਟਰੈਵਲ ਕਰਕੇ ਉਹ ਪੁਆਇੰਟ ਤੇ ਪਹੁੰਚੇਗੀ ਨਾ, ਦੋਨੋਂ ਪਾਸਿਓਂ ਇਕੁਅਲ ਲੈਂਥ ਕਵਰ ਕਰਕੇ ਉਹ ਵੇਵ ਜਦੋਂ ਉਹ ਤੇ ਪਹੁੰਚਦੀਆਂ ਤੇ ਉਦੋਂ ਉਹਨਾਂ ਵੇਵਸ ਦੀ ਇੰਟਰਫੇਰੈਂਸ ਹਮੇਸ਼ਾ ਕੰਸਟਰਕਟਿਵ ਹੁੰਦੀ, ਯਾਨੀ ਆ ਸਕਰੀਨ ਦੇ ਸੈਂਟਰ ਤੇ ਇੱਕ ਕਹਿੰਦਾ ਜੀ ਜਿਹੜਾ AC ਪੋਰਸ਼ਨ ਚੋਂ ਵੇਵ ਪਹੁੰਚੀ ਤੇ ਜਿਹੜੀ CB ਚੋਂ, ਇਹ ਕ੍ਰੈਸਟ ਨਾਲ ਕ੍ਰੈਸਟ ਤੇ ਟਰਫ ਨਾਲ ਟਰਫ ਓਵਰਲੈਪ ਕਰਦਾ, ਜਿਹਦੇ ਕਰਕੇ ਸੈਂਟਰ ਦੇ ਵਿੱਚ ਫਿਰ ਜਿਹੜੀ ਮੈਨੂੰ ਬ੍ਰਾਈਟ ਇੰਟੈਂਸਿਟੀ ਆ ਉਹ ਕਹਿੰਦਾ ਜੀ ਇਸ ਤਰ੍ਹਾਂ ਕਰਕੇ ਵੱਧ ਕੇ ਮਿਲਦੀ ਆ। ਸੈਂਟਰਲ ਮੈਕਸਿਮਾ ਦੀ ਜੋ ਐਕਸਪਲੇਨੇਸ਼ਨ ਬੋਲ ਰਿਹਾ, ਕਿਆ ਉਹ ਸਮਝ ਆ ਰਹੀ ਜੀ? यस सर। Yes, sir. यस सर। चल ਹੁਣ ਗੱਲ ਸ਼ੁਰੂ ਕਰ ਰਿਹਾ, ਪੋਜੀਸ਼ਨ ਆਫ ਸੈਕੰਡਰੀ ਮਿਨੀਮਾ। ਸੈਕੰਡਰੀ ਮਿਨੀਮਾ ਇਹਦੇ ਪੁੱਤ ਕੋਰਸਪੋਂਡਿੰਗ ਜਿਹੜਾ ਆ ਗ੍ਰਾਫ ਹੈਗਾ, ਬਾਰ-ਬਾਰ ਕਹਿ ਰਿਹਾ ਆ ਗ੍ਰਾਫ ਜਿਹੜਾ ਤੁਹਾਡੇ ਦਿਮਾਗ 'ਚ ਰਵੇ ਕਿ ਅਸੀਂ ਇਸ ਗ੍ਰਾਫ ਦੀ ਐਕਸਪਲੇਨੇਸ਼ਨ ਦੇ ਰਹੇ ਹਾਂ। ਆ ਸੈਂਟਰਲ ਮੈਕਸਿਮਾ ਆ ਗਿਆ, ਉਸ ਤੋਂ ਬਾਅਦ ਇੰਨੀ ਇੰਟੈਂਸਿਟੀ ਦਾ ਪੈਟਰਨ ਆਇਆ, ਫਿਰ ਹੋਰ ਘਟ ਗਿਆ, ਫਿਰ ਹੋਰ ਘਟ ਗਿਆ, ਅਲਟੀਮੇਟ ਖਤਮ ਹੋ ਗਿਆ। ਇਹਦੇ ਦੂਜੇ ਪਾਸੇ ਵੀ ਇਸ ਵੇ ਨਾਲ ਪੈਟਰਨ ਆਇਆ, ਫਿਰ ਹੋਰ ਘਟ ਗਿਆ, ਫਿਰ ਹੋਰ ਘਟ ਗਿਆ, ਅਲਟੀਮੇਟ ਉਹ ਪੈਟਰਨ ਜਿਹੜਾ ਮੇਰਾ ਖਤਮ ਹੁੰਦਾ ਜਾ ਰਿਹਾ। ਇਸ ਟਾਈਪ ਦੇ ਪੈਟਰਨ ਦੇ ਬਣਨ ਦਾ ਕਹਿੰਦਾ ਜੀ ਐਸਐਚ ਕਾਜ਼ ਜਿਹੜਾ ਉਹ ਐਕਸਪਲੇਨ ਕਰ ਦੋ, ਤੇ ਆਪਾਂ ਇਹਦੇ ਵਿੱਚੋਂ ਸੈਂਟਰਲ ਮੈਕਸਿਮਾ ਦੀ ਐਕਸਪਲੇਨੇਸ਼ਨ ਦੇਤੀ ਕਿ ਸੈਂਟਰਲ ਮੈਕਸਿਮਾ ਕਿਉਂ ਆਇਆ, ਕਿਉਂਕਿ ਦੋਨੋਂ ਪਾਸਿਓਂ ਵੇਵ ਨੇ ਇਕੁਅਲ ਪਾਥ ਲੈਂਥ ਕਵਰ ਕਰਕੇ ਜ਼ੀਰੋ ਪਾਥ ਡਿਫਰੈਂਸ ਬਣਾਇਆ, ਇਸ ਲਈ ਇੱਥੇ ਕੰਸਟਰਕਟਿਵਲੀ ਵੇਵ ਓਵਰਲੈਪ ਕਰ ਗਈ। ਹੁਣ ਜੇ ਆਹ ਪੁਆਇੰਟ ਇਹਨੂੰ ਆਪਾਂ ਨਾਮ ਦਿੰਨੇ, ਕਹਿੰਦਾ ਜੀ ਆਹ ਮੰਨ ਲਓ ਮੇਰੇ ਕੋਲ ਜਿਹੜਾ ਪੁਆਇੰਟ ਆ ਇਹਨੂੰ P ਨਾਮ ਦੇ ਦਿੰਨੇ। ਉਹ ਕਹਿੰਦਾ ਜੀ ਜੇ ਇਹ P ਪੁਆਇੰਟ, ਠੀਕ ਹੈ, ਜੇ ਆ ਮੇਰੀ ਪੋਜੀਸ਼ਨ P ਜਿਹੜੀ ਆ ਇਹ ਸੈਕੰਡਰੀ ਮਿਨੀਮਾ ਦੀ ਹੋਵੇ, ਮਤਲਬ ਆ ਜੇ ਗ੍ਰਾਫ ਦੇ ਹਿਸਾਬ ਨਾਲ ਕਹਾਂ, ਮੰਨ ਲਓ ਆ ਪੁਆਇੰਟ ਦੀ ਗੱਲ ਕਰਨ ਲੱਗੇ ਕਿ ਆ ਪੁਆਇੰਟ P ਜਿਹੜਾ ਵਾ ਇਹ ਇੱਥੇ ਮੇਰੇ ਕੋਲ ਬਣਿਆ, ਠੀਕ ਹੈ। ਉਹ ਕਹਿੰਦਾ ਜੇ ਇਹ ਪੁਆਇੰਟ ਮਿਨੀਮਮ ਇੰਟੈਂਸਿਟੀ ਦਾ ਵਾ ਤੇ ਉਹਦਾ ਕੀ ਕਾਜ਼ ਆ,
ਤੇ ਅਸੀਂ ਪੁੱਤ ਇਹ ਕਹਿੰਦੇ ਕਿ ਵੀ ਜਿਹੜੀਆਂ ਦੋ ਵੇਵ, ਹੁਣ ਗੱਲ ਧਿਆਨ ਨਾਲ ਸਮਝ ਲਿਓ, ਇੱਕੋ ਚੀਜ਼ ਇੱਕੋ ਐਕਸਪਲੇਨੇਸ਼ਨ ਜਿਹੜੀ ਦੱਸਾਂਗਾ ਉਹਨੂੰ ਧਿਆਨ ਨਾਲ ਸਮਝਦੇ ਚੱਲਿਓ। ਉਹ ਕਹਿੰਦਾ ਜੀ ਜਦੋਂ ਵੇਵ ਪੀ ਪੁਆਇੰਟ ਤੇ ਪਹੁੰਚੀਆਂ ਏਸੀ ਤੇ ਸੀਬੀ ਪੋਰਸ਼ਨ ਚੋਂ ਟਰੈਵਲ ਕਰਕੇ, ਤੇ ਵੇਵ ਨੇ ਇਕੁਅਲ ਪਾਥ ਲੈਂਥ ਕਵਰ ਨਹੀਂ ਕੀਤੀ। ਏਸੀ ਵਾਲੇ ਪਾਸਿਓਂ ਇਹ ਪੁਆਇੰਟ ਕਲੋਜ਼ ਆ, ਸੀਬੀ ਵੱਲੋਂ ਦੂਰ ਆ, ਇਸ ਲਈ ਸੀਬੀ ਪੋਰਸ਼ਨ ਤੇ ਏਸੀ ਪੋਰਸ਼ਨ ਚੋਂ ਜਿਹੜੀਆਂ ਡਿਸਟਰਬੈਂਸ ਇਸ ਪੀ ਪੁਆਇੰਟ ਤੇ ਪਹੁੰਚਣੀਆਂ, देयर ਮਸਟ ਬੀ ਸਮ ਪਾਥ ਡਿਫਰੈਂਸ, ਉਹਨਾਂ ਚ ਕੁਝ ਨਾ ਕੁਝ ਪਾਥ ਡਿਫਰੈਂਸ ਹੋਏਗਾ। ਅਸੀਂ ਮੰਨਿਆ ਕਿ ਇਫ ਪਾਥ ਡਿਫਰੈਂਸ ਇਜ਼ 1 ਲੈਮਡਾ, ਬਾਰ-ਬਾਰ ਕਹਿ ਰਿਹਾ ਇੱਕ ਪੁਆਇੰਟ ਦੀ ਐਕਸਪਲੇਨੇਸ਼ਨ ਬਹੁਤ ਚੰਗੀ ਤਰ੍ਹਾਂ ਬਾਅਦ ਚੋਂ ਇਹੀ ਰੈਪੀਟੇਸ਼ਨ। ਉਹ ਕਹਿੰਦਾ ਜੀ ਜਿਹੜੀਆਂ ਵੇਵਸ ਇਸ ਪੀ ਪੁਆਇੰਟ ਤੇ ਪਹੁੰਚੀਆਂ, ਜੇ ਉਹਨਾਂ ਦੇ ਵਿੱਚ ਪਾਥ ਦਾ ਡਿਫਰੈਂਸ A ਔਰ B ਪੁਆਇੰਟ ਤੋਂ ਚੱਲਣ ਵਾਲੀਆਂ ਵੇਵ ਜਿਹੜੀਆਂ ਨੇ, ਇੱਕ ਡਿਸਟਰਬੈਂਸ A ਤੋਂ ਚੱਲ ਕੇ ਇੱਥੇ P ਤੇ ਆਈ, ਇੱਕ ਡਿਸਟਰਬੈਂਸ ਮੇਰੇ ਕੋਲ ਜਿਹੜੀ ਉਹ B ਤੋਂ ਚੱਲ ਕੇ P ਤੇ ਪਹੁੰਚੀ, ਜੇ ਇਹਨਾਂ ਵੇਵ ਦੇ ਵਿੱਚ ਪਾਥ ਦਾ ਡਿਫਰੈਂਸ ਜਿਹੜਾ ਵਾ ਉਹ 1 ਲੈਮਡਾ ਹੋਇਆ, ਠੀਕ ਹੈ, ਜੇ ਇਹਨਾਂ ਚ ਪਾਥ ਦਾ ਡਿਫਰੈਂਸ 1 ਲੈਮਡਾ ਹੋਇਆ, ਠੀਕ ਹੈ, ਯਾਨੀ ਕੰਪਲੀਟ ਇੱਕ ਵੇਵ ਦੀ ਜਿੰਨੀ ਲੈਂਥ ਹੁੰਦੀ ਆ ਉਹਨੇ ਮਿਲੀਮੀਟਰ ਦਾ ਜੇ ਐਕਸਟਰਾ ਡਿਸਟੈਂਸ B ਤੋਂ ਚੱਲ ਕੇ ਵੇਵ ਇੱਥੇ ਤੱਕ ਟਰੈਵਲ ਕਰੇਗੀ, ਤੇ ਉਸ ਮੂਵਮੈਂਟ ਤੇ you divide whole of the wave front into 2 equal part। ਤੁਸੀਂ ਕੀ ਕਰੋਗੇ, ਆਪਣੇ ਇਸ ਵੇਵ ਫਰੰਟ ਨੂੰ 2 ਇਕੁਅਲ ਹਾਫ ਚ ਡਿਵਾਈਡ ਕਰ ਦਿਓ। ਇਹਦਾ ਮਤਲਬ ਜੇ A ਤੇ B ਤੋਂ ਚੱਲ ਕੇ ਜਿਹੜੀਆਂ वीडियो पॉज हो रही है और ऑडियो भी। एक सेकंड, सो मतलब ये ਆਪਾਂ ਕੰਟੀਨਿਊ ਇਥੋਂ ਕਰ ਰਹੇ ਹਾਂ ਕਿ ਜੇਕਰ ਮੇਰੇ ਕੋਲ ਐਸਐਚ A ਔਰ B ਤੋਂ ਟਰੈਵਲ ਕਰਕੇ ਇਸ P ਪੁਆਇੰਟ ਤੇ ਵੇਵਸ ਪਹੁੰਚੀਆਂ ਹਨਾ, ਜੇ ਉਹਨਾਂ ਡਿਸਟਰਬੈਂਸ ਉਹਨਾਂ ਵੇਵ ਦੇ ਵਿੱਚ ਪਾਥ ਡਿਫਰੈਂਸ 1 ਲੈਮਡਾ ਵਾ, ਕਹਿੰਦਾ ਜੀ ਤੁਸੀਂ ਆਪਣੇ ਉਸ ਵੇਵ ਫਰੰਟ ਨੂੰ ਜਿਹੜੀਆਂ ਡਿਸਟਰਬੈਂਸ AB ਤੋਂ ਚੱਲ ਕੇ ਜਾਣੀਆਂ, ਇੱਕ A ਤੋਂ ਤੇ ਇੱਕ B ਤੋਂ, ਅਸੀਂ ਇਸ ਵੇਵ ਫਰੰਟ WW ਡੈਸ਼ ਨੂੰ 2 ਹਾਫ ਚ ਡਿਵਾਈਡ ਕਰ ਦਿੰਨੇ, ਇੱਕ ਉਹਦਾ ਪੋਰਸ਼ਨ AC ਚਲਾਈ ਕਰਦਾ, ਇੱਕ ਉਹਦਾ ਪੋਰਸ਼ਨ CB ਚਲਾਈ ਕਰਦਾ, ਯਾਨੀ ਅੱਧੇ ਡਿਸਟਰਬੈਂਸ ਦੇ ਸੋਰਸ AC ਪੋਰਸ਼ਨ ਚ ਆ, ਅੱਧੇ ਡਿਸਟਰਬੈਂਸ ਦੇ ਸੋਰਸ CB ਪੋਰਸ਼ਨ ਚ ਆ। ਇਹਦਾ ਮਤਲਬ A ਔਰ B ਚ ਜੇ ਪਾਥ ਡਿਫਰੈਂਸ ਮੇਰੇ ਕੋਲ 1 ਲੈਮਡਾ ਵਾ, ਮੰਨ ਲਓ 1 ਮਿਲੀਮੀਟਰ ਐਕਸਟਰਾ ਡਿਸਟੈਂਸ ਕਵਰ ਕਰਦੀ ਵੇਵ B ਤੋਂ ਚੱਲ ਕੇ P ਤੱਕ ਪਹੁੰਚਣ ਲਈ ਐਜ਼ ਕੰਪੇਅਰ ਟੂ A, ਤੇ ਜੇ ਮੈਂ A ਤੇ C ਚ ਲਵਾਂ ਤੇ ਇਹਨਾਂ ਚ ਪਾਥ ਡਿਫਰੈਂਸ ਹਾਫ ਮਿਲੀਮੀਟਰ ਹੈ। ਜੋ ਜੇ A ਔਰ B ਚੋਂ ਪਾਥ ਡਿਫਰੈਂਸ 1 ਮਿਲੀਮੀਟਰ ਹੋਇਆ ਤੇ A ਔਰ C ਜਿਹੜਾ C A ਦੇ ਕਲੋਜ਼ ਆ, ਇਹਨਾਂ ਵਿੱਚ ਪਾਥ ਡਿਫਰੈਂਸ ਮੇਰੇ ਕੋਲ ਹਾਫ ਮਿਲੀਮੀਟਰ ਰਹਿ ਜੂ। ਸਿਮਿਲਰਲੀ C ਔਰ B ਚ ਵੀ ਪਾਥ ਡਿਫਰੈਂਸ ਹਾਫ ਮਿਲੀਮੀਟਰ ਰਹਿ ਜੂ। ਕੀ ਇੰਨੀ ਗੱਲ ਕਲੀਅਰ? यस सर। ਉਹ ਕਹਿੰਦਾ ਜੀ ਇਹਦਾ ਮਤਲਬ ਇਹ ਹੋਇਆ ਕਿ ਜੇਕਰ A ਔਰ B ਚ ਪਾਥ ਡਿਫਰੈਂਸ 1 ਲੈਮਡਾ ਵਾ, ਠੀਕ ਹੈ, ਤੇ then ਕਹਿੰਦਾ divide whole of the wave front into 2 equal half AC and CB। ਹੁਣ ਅਗਲੇ ਵਰਡ ਸੁਣਦੇ ਚਲੋ। corresponding to each disturbance ਕਹਿੰਦਾ ਜੀ produced in the region AC, there is a ਕਹਿੰਦਾ ਜੀ disturbance produced in the region CB। ਮਤਲਬ AC ਤੇ CB ਪੋਰਸ਼ਨ ਚ ਸਿਮੈਟ੍ਰਿਕ ਪੁਆਇੰਟ ਆ, A ਤੋਂ ਜੇ ਮੈਂ 1 ਮਿਲੀਮੀਟਰ ਥੱਲੇ ਉਤਰਾਂ, ਇੱਥੇ ਜਿਹੜਾ ਡਿਸਟਰਬੈਂਸ ਪ੍ਰੋਡਿਊਸ ਕਰਨ ਵਾਲਾ ਪਾਰਟੀਕਲ ਹੋਏਗਾ, ਤੇ ਜਿਹੜਾ C ਤੋਂ 1 ਮਿਲੀਮੀਟਰ ਥੱਲੇ ਡਿਸਟਰਬੈਂਸ ਪ੍ਰੋਡਿਊਸ ਕਰਨ ਵਾਲਾ ਪਾਰਟੀਕਲ ਹੋਏਗਾ, ਦੋਨਾਂ ਨੇ ਜਦੋਂ ਵੇਵ ਇੱਥੇ ਭੇਜੀਆਂ, ਉਹਨਾਂ ਵਿੱਚ ਪਾਥ ਡਿਫਰੈਂਸ ਜਿਹੜਾ ਉਹ λ/2 ਹੋ ਜੂ। तो ये गल समझ लगी जे एक Yes, sir. वेव, मैं फिर रिपीट कर देना, एक लाइन बहुत ध्यान नाल समझण वाली है, फिर अपना कंप्लीट हो जाएगा। जे A ते B तो इथों वेव चलन, दो वेव चलियां P पॉइंट तक, ते A और B च जे उन्हां दा पाथ डिफरेंस 1 लैम्डा वा, ते एक वेव जे A और एक C तो चले, उन्हां दा पाथ डिफरेंस λ/2 आ। ठीक है जी, इहदा मतलब जे पाथ डिफरेंस λ/2, इहदा मतलब की आ? कहना जी इहदा मतलब यह हैगा कि जेकर आपां इस ग्राफ दे हिसाब नाल चलीए, इस पॉइंट तो इस पॉइंट दे विच असीं पूरा वेव लईए, ते एक वेव दे अंदर जिहड़ा पाथ डिफरेंस आ वो लैम्डा दे बराबर आ। पाथ डिफरेंस एक वेव दी कंप्लीट लेंथ दे बराबर आ। एंगल दी फॉर्म च डिफरेंस बोलना होवे तो असीं 360 डिग्री यानी 2 पाई कहने। कि इन्नी गल समझ लगी? यस सर। यस सर। जे पाथ डिफरेंस λ/2 होया, जे पाथ डिफरेंस λ/2 होया, ਤੇ ਇਹਦਾ ਮਤਲਬ A ਆ ਦੋ ਜਿਹੜੇ ਪੁਆਇੰਟ ਡਾਰਕ ਕਰਦਾ ਪਿਆ, ਇਹਦਾ ਮਤਲਬ ਜੇ ਇਹਨਾਂ ਚ ਪਾਥ ਡਿਫਰੈਂਸ λ/2 ਆ,
ਤੇ ਇਹਦਾ ਮਤਲਬ ਜਦੋਂ ਇੱਕ ਵੇਵ ਆਪਣਾ ਕ੍ਰੈਸਟ ਡਿਵੈਲਪ ਕਰਦੀ ਪਈ ਹੋਏਗੀ ਤੇ ਦੂਜੀ ਵੇਵ ਉਦੋਂ ਟਰਫ ਡਿਵੈਲਪ ਕਰਦੀ ਹੋਏਗੀ, ਕਿਉਂਕਿ ਜੇ A ਔਰ ਆ ਪੁਆਇੰਟ ਹੈ ਨਾ, ਕੁਝ ਵੀ ਨਾਮ ਦੇ ਦੇ ਨੂੰ, A ਔਰ C ਦੇ ਵਿੱਚ ਜੇ ਪਾਥ ਡਿਫਰੈਂਸ 1 ਲੈਮਡਾ ਵਾ ਤੇ A ਔਰ B ਦੇ ਅੰਦਰ ਪਾਥ ਡਿਫਰੈਂਸ ਜਿਹੜਾ ਇਸ ਵੇਲੇ ਉਹ λ/2 ਆ, ਤੇ λ/2 ਪਾਥ ਡਿਫਰੈਂਸ ਦਾ ਮਤਲਬ ਇਹ ਆ ਕਿ ਜੇ ਇੱਕ ਨੇ ਕ੍ਰੈਸਟ ਫਾਰਮੇਸ਼ਨ ਸ਼ੁਰੂ ਕੀਤੀ ਤੇ ਉਹਦੇ ਨਾਲ ਓਵਰਲੈਪ ਹੋਣ ਵਾਸਤੇ ਜਿਹੜੀ ਵੇਵ ਆਈ ਆ ਉਹ ਆਪਣਾ ਟਰਫ ਬਣਾਉਂਦੀ ਆਏਗੀ। ਇਮਲ ਜੇ AC ਪੋਰਸ਼ਨ ਚੋਂ ਕੋਈ ਡਿਸਟਰਬੈਂਸ ਹਨਾ ਇਸ P ਪੁਆਇੰਟ ਤੇ ਕ੍ਰੈਸਟ ਬਣ ਕੇ ਪਹੁੰਚੀ ਤੇ CB ਪੋਰਸ਼ਨ ਚੋਂ ਉਹਨੂੰ ਓਵਰਲੈਪ ਕਰਨ ਵਾਸਤੇ ਜਿਹੜੀ ਵੇਵ ਜਾਏਗੀ ਉਹਨੇ ਐਸ ਸੱਚ ਆਪਣਾ ਟਰਫ ਪ੍ਰੋਡਿਊਸ ਕਰਨਾ। ਇਹਦਾ ਮਤਲਬ ਆ ਕਿ ਇਸ ਪੋਰਸ਼ਨ ਦੇ ਵਿੱਚੋਂ ਜੇ ਕ੍ਰੈਸਟ ਟਰੈਵਲ ਕਰਦਾ ਪਿਆ P ਪੁਆਇੰਟ ਤੱਕ ਬਣ ਕੇ ਤੇ CB ਪੋਰਸ਼ਨ ਚੋਂ ਟਰਫ ਪਹੁੰਚਦਾ, ਜੇ ਇਹ ਚੋਂ ਟਰਫ ਪਹੁੰਚਦਾ ਇਧਰੋਂ ਕ੍ਰੈਸਟ ਪਹੁੰਚਦਾ ਪਿਆ। ਇਹਦਾ ਮਤਲਬ ਹੋ ਗਿਆ ਕਿ ਹਰ ਮੂਵਮੈਂਟ ਤੇ ਜਦੋਂ AC ਤੇ CB ਪੋਰਸ਼ਨ ਚ ਪਾਥ ਡਿਫਰੈਂਸ λ/2 ਬਣਿਆ ਤੇ ਅਸੀਂ ਕਹਿੰਦੇ ਜੀ ਸਕਰੀਨ ਦੇ ਇਸ ਪੁਆਇੰਟ ਤੇ ਉਹ ਵੇਵ ਡਿਸਟਰਕਟਿਵਲੀ ਓਵਰਲੈਪ ਕੀਤੀਆਂ, ਤੇ ਡਿਸਟਰਕਟਿਵ ਓਵਰਲੈਪ ਦਾ ਮਤਲਬ ਆ ਕਿ ਇੱਥੇ ਮਿਨੀਮਮ ਇੰਟੈਂਸਿਟੀ ਦਾ ਪੈਟਰਨ ਬਣੇਗਾ। क्या ਇੰਨੀ ਗੱਲ ਸਮਝ ਆਈ? Yes, sir. ਇੱਕੋ ਨਹੀਂ ਆਈ? Yes, sir. Yes, sir. Yes, sir. Yes, sir. ਜੇ ਮੇਰੇ ਕੋਲ ਐਸ ਸੱਚ ਅਗਲਾ ਪੁਆਇੰਟ ਲੈ ਰਿਹਾ, ਬਾਅਦ ਚੋਂ ਜਰਨਲਾਈਜ਼ ਕਰ ਦਾਂਗੇ। ਜੇ A ਔਰ B ਦੇ ਵਿੱਚ ਜਿਹੜੀਆਂ ਵੇਵ ਟਰੈਵਲ ਕਰਕੇ, ਮੰਨ ਲਓ ਇੱਥੇ ਉੱਪਰ ਪੁਆਇੰਟ ਦਾ ਨਾਮ ਕੋਈ ਹੋਰ ਲਿਖ ਦਿੰਦੇ, ਆ P" ਹੋ ਗਿਆ, ਠੀਕ ਹੈ ਜੀ। ਜੇ ਹੁਣ P" ਤੇ ਵੇਵ ਪਹੁੰਚੀਆਂ ਇੱਕ A ਤੋਂ ਇੱਕ B ਤੋਂ, ਉਹ ਕਹਿੰਦਾ ਜੀ ਅਸੀਂ ਮੰਨ ਲਿਆ A ਔਰ B ਚੋਂ ਜਦੋਂ ਵੇਵ ਇੱਥੇ ਪਹੁੰਚੀਆਂ ਤੇ ਪਾਥ ਦਾ ਡਿਫਰੈਂਸ ਹੋਰ ਵੱਧ ਜਾਊਗਾ। ਉਹ ਕਹਿੰਦਾ ਜੀ ਜੇ ਇਹ ਪਾਥ ਡਿਫਰੈਂਸ 2 ਲੈਮਡਾ ਹੋ ਜੇ, ਜੇ ਇਹ ਮੇਰੇ ਕੋਲ ਪਾਥ ਡਿਫਰੈਂਸ ਜਿਹੜਾ ਵਾ ਵੇਵ ਜਿਹੜੀਆਂ P" ਤੇ ਪਹੁੰਚਣੀਆਂ, ਜੇ ਇਹਨਾਂ ਚ ਪਾਥ ਡਿਫਰੈਂਸ 2 ਲੈਮਡਾ ਹੋ ਜੇ, then we divide whole of the wave front into 4 equal part। ਜਦੋਂ 1 ਲੈਮਡਾ ਦਾ ਡਿਫਰੈਂਸ ਸੀ ਅਸੀਂ ਇਹਨੂੰ 2 ਹਾਫ ਚ ਡਿਵਾਈਡ ਕਰਤਾ ਵੇਵ ਫਰੰਟ ਨੂੰ, ਜਦੋਂ 2 ਲੈਮਡਾ ਦਾ ਡਿਫਰੈਂਸ ਹੋਇਆ ਇਹਨੂੰ 4 ਹਿੱਸਿਆਂ ਚ ਵੰਡ ਲਿਆ, ਤੇ ਜਦੋਂ ਇਹਦੇ ਮੈਂ 4 ਪੋਰਸ਼ਨ ਬਣਾਤੇ, ਜਦੋਂ ਇਹਦੇ ਮੈਂ ਇਸ ਵੇ ਨਾਲ 4 ਪੋਰਸ਼ਨ ਬਣਾਤੇ, ਉਹ ਕਹਿੰਦਾ ਜੀ ਆਹ ਜਿਹੜਾ ਪੋਰਸ਼ਨ ਪਹਿਲਾ ਆਇਆ ਤੇ ਜਿਹੜਾ ਇਹਦੇ ਕੋਰਸਪੋਂਡਿੰਗ ਦੂਜਾ ਆਇਆ, ਇਹਨਾਂ ਚ ਪਾਥ ਡਿਫਰੈਂਸ λ/2 ਦੇ ਹਿਸਾਬ ਨਾਲ ਚਲੀਏ, ਕਿਉਂਕਿ A ਔਰ B ਚ ਹੁਣ 2 ਲੈਮਡਾ ਵਾ, ਤੇ ਇਹਦਾ ਮਤਲਬ ਹੋ ਗਿਆ ਇਹਨਾਂ ਪੁਆਇੰਟਾਂ ਨੂੰ ਜੇ ਕੁਝ ਨਾਮ ਦੇਦਾ D ਤੇ E, ਇਮਲ AD ਤੇ DC ਪੋਰਸ਼ਨ ਚ ਪਾਥ ਡਿਫਰੈਂਸ λ/2 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 λ/2। ਇਹਦਾ ਮਤਲਬ A ਔਰ AD ਤੇ DC ਪੋਰਸ਼ਨ ਚ, DC ਤੇ CE ਪੋਰਸ਼ਨ ਚ, CE ਤੇ EB ਪੋਰਸ਼ਨ, ਹਰ 2 ਪੋਰਸ਼ਨ ਜਿਹੜੇ ਡਿਸਟਰਬੈਂਸ ਇੱਥੇ ਭੇਜਣਗੇ ਉਹਨਾਂ ਵਿੱਚ ਪਾਥ ਡਿਫਰੈਂਸ ਜਿਹੜਾ ਵਾ ਉਹ λ/2 ਬਣ ਜਾਊ। Yes, sir. Yes, sir. ਯਾਨੀ Yes, ਤੁਸੀਂ sir. ਆਪਣਾ ਪੂਰੇ ਦਾ ਪੂਰਾ ਵੇਵ ਫਰੰਟ ਜਿਹੜਾ ਵਾ ਉਹਦੇ 4 ਪੀਸ ਕਰ ਦਿੱਤੇ, ਪਹਿਲੇ ਦਾ ਦੂਜੇ ਨਾਲ, ਦੂਜੇ ਦਾ ਤੀਜੇ ਨਾਲ, ਤੀਜੇ ਦਾ ਚੌਥੇ ਨਾਲ, ਹਰ ਇੱਕ ਦੂਜੇ ਦੇ ਨਾਲ ਜਿਹੜਾ ਕੰਜ਼ੈਕਟਿਵ ਪੈਟਰਨ ਆ ਰਿਹਾ ਉਹਨਾਂ ਚ ਜਿਹੜਾ ਪਾਥ ਡਿਫਰੈਂਸ ਆ ਉਹ λ/2 ਆ, ਤੇ λ/2 ਪਾਥ ਡਿਫਰੈਂਸ ਦਾ ਮਤਲਬ ਆ ਕਿ ਵੀ ਉਹ ਡਿਸਟਰਕਟਿਵਲੀ ਓਵਰਲੈਪ ਕਰਦੀਆਂ ਪਈਆਂ। ਇਹਦਾ ਮਤਲਬ ਹੋ ਗਿਆ ਕਿ ਜੇ ਆਹ ਪੁਆਇੰਟ ਵੀ ਮੇਰੇ ਕੋਲ ਡਿਸਟਰਕਟਿਵ ਪੋਜੀਸ਼ਨ ਤੋਂ ਬਣਿਆ, ਮਿਨੀਮਮ ਇੰਟੈਂਸਿਟੀ ਦਾ ਹੈਗਾ, ਤੇ ਇਹਦਾ ਪਾਥ ਡਿਫਰੈਂਸ 2 ਲੈਮਡਾ, ਅਗਲੀ ਵਾਰੀ 3 ਲੈਮਡਾ, 6 ਹਿੱਸਿਆਂ ਚੋਂ ਵੰਡ ਦਾਂਗੇ। ਇਦਾਂ ਹੀ ਜੇ ਜਨਰਲਾਈਜ਼ ਕਰਾਂ ਤੇ n ਲੈਮਡਾ। ਇਹਦਾ ਮਤਲਬ ਜਦੋਂ ਜਦੋਂ ਵੇਵਸ ਇਸ A ਔਰ B ਤੋਂ ਟਰੈਵਲ ਕਰਕੇ ਇਸ P ਤੇ, ਇਸ P" ਤੇ, P" ਤੇ, P4' ਜਿਹੜਾ ਮਰਜੀ ਬੋਲੀ ਚਲੋ, ਇਹਨਾਂ ਸਾਰੇ ਪੁਆਇੰਟਾਂ ਤੇ ਵੇਵ ਜਦੋਂ A ਔਰ B ਤੋਂ ਚੱਲ ਕੇ ਉੱਥੇ ਪਹੁੰਚਣੀਆਂ, ਜੇ ਉਹ ਪਾਥ ਡਿਫਰੈਂਸ ਇੰਟੈਗਰਲ ਮਲਟੀਪਲ ਚ ਆਂਦਾ ਗਿਆ, ਜੇ ਉਹ ਪਾਥ ਡਿਫਰੈਂਸ ਇੰਟੈਗਰਲ ਮਲਟੀਪਲ ਚ ਆਂਦਾ ਗਿਆ ਤੇ ਸਕਰੀਨ ਦੇ ਸਾਰੇ ਉਹ ਪੁਆਇੰਟਸ ਦੇ ਉੱਤੇ ਮਿਨੀਮਮ ਇੰਟੈਂਸਿਟੀ ਦੇ ਪੈਟਰਨ ਬਣਦੇ ਜਾਊਗੇ। ਕਿਆ ਇੰਨੀ ਗੱਲ ਸਮਝ ਲੱਗੀ? Yes, sir. Yes, sir. Yes, sir. Yes, sir. ਇਹਨੂੰ ਲਿਖਾਂ ਤੇ ਇੰਨੀ ਗੱਲ ਕਹਿਣਾ ਚਾਹ ਰਿਹਾ ਕਿ ਜੇ ਪਾਥ ਡਿਫਰੈਂਸ, ਠੀਕ ਹੈ ਜੀ, ਜੇ ਪਾਥ ਡਿਫਰੈਂਸ n ਲੈਮਡਾ ਹੋਏਗਾ, ਠੀਕ ਹੈ, ਜੇ ਪਾਥ ਡਿਫਰੈਂਸ ਮੇਰੇ ਕੋਲ n ਲੈਮਡਾ ਹੋਏਗਾ ਤੇ ਉਦੋਂ ਸਕਰੀਨ ਦੇ ਸਾਰੇ ਜਿਹੜੇ ਉਹ ਪੁਆਇੰਟਸ ਹੋਗੇ ਜਿੱਥੇ ਪਾਥ ਡਿਫਰੈਂਸ ਇਸ n ਲੈਮਡਾ ਦੇ ਫਾਰਮ ਚ ਆਂਦਾ ਹੋਏਗਾ, ਸਕਰੀਨ ਦੇ ਉਹਨਾਂ ਸਾਰੇ ਪੁਆਇੰਟਸ ਦੇ ਉੱਤੇ ਮਿਨੀਮਮ ਇੰਟੈਂਸਿਟੀ ਦੇ ਪੈਟਰਨ ਬਣੂਗੇ। ਇਹੀ ਚੀਜ਼ ਅਸੀਂ ਗ੍ਰਾਫ 'ਚ ਵੀ ਦੱਸ ਸਕਦੇ, ਜਿਹੜਾ ਇੱਥੇ ਬਣਾ ਕੇ ਦਿਖਾ ਰਿਹਾ ਕਿ ਵੀ ਜੇ ਮੈਂ ਐਸਐਚ ਦੇਖਾਂ ਆ ਸਕਰੀਨ ਦਾ ਸੈਂਟਰ ਇੱਥੇ ਮੈਕਸਿਮਮ ਇੰਟੈਂਸਿਟੀ ਦਾ ਆ, ਉਸ ਤੋਂ ਬਾਅਦ 1 ਲੈਮਡਾ ਤੇ 2 ਲੈਮਡਾ ਤੇ 3 ਲੈਮਡਾ ਤੇ
-1 लैम्डा -2 लैम्डा, मतलब इंटैग्रल मल्टीपल च जिन्ने वो पॉइंट्स ने वो मिनिमम इंटेंसिटी दे सारे कहना जी ਜਿਹੜੇ पॉइंट्स बनते जाओगे ਤੇ ਇਹ ਸਾਰੀਆਂ ਮੇਰੇ ਕੋਲ ਸੈਕੰਡਰੀ ਮਿਨੀਮਾ ਦੀਆਂ ਪੋਜੀਸ਼ਨ ਆ ਜਾਣਗੀਆਂ। क्या ਇੰਨੀ ਗੱਲ ਸਮਝ ਲੱਗੀ? Yes, sir. Yes, sir. चल Yes, sir. तो एक पाथ रेफरेंस ਦੀ ਵੈਲਿਊ ਲੈਮਡਾ ਦੀ ਫਾਰਮ ਚ ਲਿਖੀ। ਦੂਜੇ ਪਾਸੇ ਜਿਵੇਂ ਇਸੇ ਫਿਗਰ ਚ ਵਾਪਸ ਆਵਾਂ ਤਾਂ ਅਸੀਂ ਕਿਹਾ ਸੀ ਜੇਕਰ ਵੇਵ ਇੱਕ A ਤੋਂ ਚੱਲ ਕੇ P ਤੇ ਪਹੁੰਚੇ ਤੇ ਇੱਕ B ਤੋਂ ਚੱਲ ਕੇ ਪਹੁੰਚੇ ਤੇ ਇਹਦਾ ਮਤਲਬ B ਵਾਲੀ ਵੇਵ ਨੇ ਜ਼ਿਆਦਾ ਲੈਂਥ ਕਵਰ ਕਰਕੇ ਜਾਣੀ। ਕਹਿੰਦਾ ਕਿੰਨੀ ਜ਼ਿਆਦਾ? ਉਹਦੇ ਲਈ ਅਸੀਂ ਕਿਹਾ ਸੀ A ਤੋਂ ਇੱਕ ਪਰਪੈਂਡੀਕੂਲਰ ਡਰਾ ਕਰ ਦਿਓ AN ਔਨ ਕਹਿੰਦਾ ਜੀ ਦਿਸ BN ਸਾਈਡ ਤੇ ਜਦੋਂ ਇਹਨੂੰ ਮੈਂ ਇੱਥੇ ਡਰਾ ਕਰਿਆ ਠੀਕ ਹੈ ਉਹ ਕਹਿੰਦਾ ਜੀ ਐਸ ਸੱਚ ਇਹਦਾ ਮਤਲਬ BN ਦੇ ਬਰਾਬਰ ਐਕਸਟਰਾ ਲੈਂਥ ਕਵਰ ਕਰਦੀ ਪਈ ਵੇਵ ਇਸ P ਤੱਕ ਪਹੁੰਚਣ ਲਈ, ਯਾਨੀ ਆਹ ਪਾਥ ਰੈਫਰੈਂਸ ਦੀ ਵੈਲਿਊ ਆ BN। ਕੀ ਗੱਲ ਸਮਝ ਆਈ? Yes, sir. ਤੇ ਜੇ ਮੈਂ ਹੁਣ ਇਸ BN ਦੀ ਲੈਂਥ ਕੱਢਣੀ ਆ ਜਿਹੜੀ ਸਲਿੱਟ ਵਾ ਮੇਰੀ ਜਿਹੜਾ ਛੇਕ ਆ ਜਿਹੜਾ ਹੋਲ ਆ ਜਿਹਦੇ ਥਰੂ ਲਾਈਟ ਪਾਸ ਕਰਦੀ ਇਹਦੀ ਸਲਿੱਟ ਵਿਡਥ ਨੂੰ ਅਸੀਂ A ਲਿਖ ਦਿੰਨੇ। ਜਿਹੜਾ ਸਲਿੱਟ ਦਾ ਸਾਈਜ਼ ਆ ਉਹਨੂੰ ਅਸੀਂ A ਡਿਫਾਈਨ ਕਰਦੇ ਪਏ ਠੀਕ ਹੈ। ਉਹ ਕਹਿੰਦਾ ਜੀ ਇਸ A ਤੇ ਇਸ ਥੀਟਾ ਦੀ ਫਾਰਮ ਚ BN ਦੀ ਲੈਂਥ ਕੱਢ ਦੋ। ਜੇ ਮੈਂ BN ਦੀ ਲੈਂਥ ਕੱਢਣੀ ਐਂਗਲ ਦੇ ਸਾਹਮਣੀ ਸਾਈਡ ਪਰਪੈਂਡੀਕੂਲਰ ਹੋਗੀ ਠੀਕ ਹੈ ਜੀ। ਐਂਗਲ ਦੇ ਸਾਹਮਣੇ ਪਰਪੈਂਡੀਕੂਲਰ ਆ 90 ਬਣਿਆ ਇਹਦਾ ਮਤਲਬ ਆ ਮੇਰੇ ਕੋਲ ਪਰਪੈਂਡੀਕੂਲਰ ਆ ਗਿਆ ਤੇ AB ਮੇਰਾ ਹਾਈਪੋਟੇਨਿਊਜ਼ ਆ ਗਿਆ। ਤੇ ਜੇ ਇਹਨਾਂ ਨੂੰ ਦੋਨਾਂ ਨੂੰ ਕੋਰਿਲੇਟ ਕਰਾਂ ਤੇ ਮੇਰੇ ਕੋਲ ਆ ਗਿਆ ਪਰਪੈਂਡੀਕੂਲਰ ਓਵਰ ਹਾਈਪੋਟੇਨਿਊਜ਼, ਸਿਰਫ ਸਮਝਣ ਵਾਲਾ ਹੀ ਆ, ਇਕੁਅਲ ਟੂ ਆ ਗਿਆ sin ਥੀਟਾ। ਇਹਦਾ ਮਤਲਬ ਜਿਹੜਾ ਪਾਥ ਡਿਫਰੈਂਸ ਆਇਆ ਉਹਦੀ ਵੈਲਿਊ A sin ਥੀਟਾ ਆ ਗਈ ਜੀ। ਕਿਆ ਆ ਸਮਝ ਲੱਗੀ ਗੱਲ? Yes, sir. Yes, sir. ਇਹਦਾ ਮਤਲਬ ਫਿਗਰ ਵਾਈਜ਼ ਜਿਹੜਾ ਪਾਥ ਰੈਫਰੈਂਸ ਆ ਉਹ A sin ਥੀਟਾ ਵਾ ਹਨਾ ਤੇ ਲਾਈਟ ਦੀ ਵੇਵਲੈਂਥ ਦੀ ਫਾਰਮ ਚ ਉਹ ਪਾਥ ਰੈਫਰੈਂਸ ਜੇ n ਲੈਮਡਾ ਹੋਇਆ ਤੇ ਫਿਰ ਅਸੀਂ ਕਹਿੰਦੇ ਜੀ ਸਕਰੀਨ ਦੇ ਸਾਰੇ ਉਹ ਪੁਆਇੰਟ ਮੈਨੂੰ ਮਿਲਦੇ ਜਾਊਗੇ ਜਿੱਥੇ ਜਿੱਥੇ ਮਿਨੀਮਮ ਇੰਟੈਂਸਿਟੀ ਦੀ ਪੋਜੀਸ਼ਨ। ਦੇਅਰਫੋਰ ਆਪਣੇ ਕੋਲ ਮੈਥਮੈਟੀਕਲ ਇਕੁਏਸ਼ਨ ਇਹ ਆ ਗਈ A sin ਥੀਟਾ ਇਕੁਅਲ ਟੂ n ਲੈਮਡਾ। ਆ ਕਲੀਅਰ ਹੈ ਜੀ? ਇਕੁਏਸ਼ਨ ਕਿੱਥੋਂ ਬਣਾ ਕੇ ਲਿਖੀ ਆਪਾਂ? ਉਹ ਪੁੱਤ ਇੰਨਾ ਕਲੀਅਰ ਆ? ਓਏ ਆਵਾਜ਼ ਆ ਰਹੀ? Yes, sir. Yes, Yes, sir. sir. ਬੋਲ ਲਿਆ Yes, ਕਰੋ sir. ਜਨਾਬ। ਚਲ ਸੋ ਇਹ ਮਿਨੀਮਮ ਇੰਟੈਂਸਿਟੀ ਦਾ ਆ ਜਿਹੜਾ ਉਹਨੇ ਪੈਰਾ ਲਿਖਿਆ ਪੋਜੀਸ਼ਨ ਆਫ ਸੈਕੰਡਰੀ ਮਿਨੀਮਾ ਇਹਨੂੰ ਪੜ ਲਓਗੇ ਤੇ ਆਪਾਂ ਇਹਦੀ ਐਕਸਪਲੇਨੇਸ਼ਨ ਦਿੱਤੀ ਆ। ਹੁਣ ਗੱਲ ਸ਼ੁਰੂ ਕਰ ਰਹੇ ਆ ਪੋਜੀਸ਼ਨ ਆਫ ਸੈਕੰਡਰੀ ਮੈਕਸਿਮਾ। ਅੱਜ ਦੇ ਆਪਾਂ ਪੁਆਇੰਟਸ ਕਹੇ ਕਿ ਵੀ ਆ ਮੈਕਸਿਮਾ ਇਹਨਾਂ ਸਾਰੇ ਦੀ ਕੀ ਐਕਸਪਲੇਨੇਸ਼ਨ ਤੇ ਉਹ ਕਿੱਥੇ ਕਿੱਥੇ ਬਣੇ ਉਹ ਦੱਸੋ ਤੇ ਦੂਜਾ ਕਿਉਂ ਇਹਨਾਂ ਦੀ ਇੰਟੈਂਸਿਟੀ ਘਟਦੀ ਜਾ ਰਹੀ ਆ ਉਹ ਐਕਸਪਲੇਨ ਕਰ ਦਿਓ। ਉਹਦੇ ਲਈ ਹੁਣ ਆਪਾਂ ਇੱਥੇ ਚੱਲੀਏ 1 ਲੈਮਡਾ ਤੇ ਮੇਰੇ ਕੋਲ ਬ੍ਰਾਈਟ ਜਿਹੜਾ ਵਾ ਮਿਨੀਮਮ ਇੰਟੈਂਸਿਟੀ ਦਾ ਪੈਟਰਨ ਆ 2 ਲੈਮਡਾ ਤੇ ਵੀ 3 ਤੇ ਵੀ 4 ਤੇ ਵੀ 5 ਤੇ ਵੀ। ਉਹ ਕਹਿੰਦਾ ਹਰ ਦੋ ਮੇਰੇ ਕੋਲ ਜਿਹੜੇ ਆ ਮਿਨੀਮਮ ਇੰਟੈਂਸਿਟੀ ਦੀ ਪੋਜੀਸ਼ਨਸ ਨੇ ਇਹਦੇ ਇਨ ਬਿਟਵੀਨ ਮੇਰੇ ਕੋਲ ਜਿਹੜਾ ਵਾ ਉਹ ਇੱਕ ਮੈਕਸਿਮਮ ਇੰਟੈਂਸਿਟੀ ਦੀ ਪੋਜੀਸ਼ਨ ਆਏਗੀ। ਇੱਥੇ ਪੈਣਾ ਇਸੇ ਤਰ੍ਹਾਂ ਖਲੇਰਾ ਇਹਨੂੰ ਸਮਝੀ ਚੱਲਿਓ ਠੀਕ ਆ। ਉਹ ਕਹਿੰਦਾ ਜੀ ਜੇ 1 ਲੈਮਡਾ ਪਾਥ ਡਿਫਰੈਂਸ ਆਂਦਾ A ਔਰ B ਚੋਂ ਵੇਵ P ਪੁਆਇੰਟ ਤੱਕ ਪਹੁੰਚਾਉਣ ਲੱਗੇ ਤੇ ਅਸੀਂ ਕਿਹਾ ਜੀ ਉਹ ਮਿਨੀਮਮ ਇੰਟੈਂਸਿਟੀ ਆ 2 ਲੈਮਡਾ ਤੇ ਵੀ ਮਿਨੀਮਮ ਆ। ਉਹ ਕਹਿੰਦਾ ਜੇ ਇਹਨਾਂ ਵੇਵ ਦੇ ਵਿਚਲਾ ਪਾਥ ਡਿਫਰੈਂਸ ਜਿਹੜਾ ਵਾ ਉਹ ਅਸੀਂ ਮੰਨੀਏ 3/2 ਲੈਮਡਾ ਵਾ। 3/2 ਲੈਮਡਾ ਦਾ ਮਤਲਬ 1.5 ਲੈਮਡਾ ਹੋਇਆ ਠੀਕ ਆ। 1 ਲੈਮਡਾ ਤੇ ਮੇਰੇ ਕੋਲ ਮਿਨੀਮਮ ਆ 2 ਲੈਮਡਾ ਤੇ ਵੀ ਮਿਨੀਮਮ ਆ ਤੇ 1 ਔਰ 2 ਲੈਮਡਾ ਦੇ ਵਿੱਚ ਗਬਲਾ ਪੁਆਇੰਟ 1.5 ਲੈਮਡਾ। ਯਾਨੀ ਜੇ ਵੇਵ ਜਿਹੜੀਆਂ A ਔਰ B ਤੋਂ ਟਰੈਵਲ ਕਰਕੇ ਜਦੋਂ ਇਸ P ਪੁਆਇੰਟ ਤੇ ਪਹੁੰਚੀਆਂ ਜੇ ਉਹਨਾਂ ਦਾ ਪਾਥ ਡਿਫਰੈਂਸ ਮੇਰੇ ਕੋਲ 3/2 ਲੈਮਡਾ ਹੋਇਆ ਤੇ ਜਦੋਂ ਅਸੀਂ ਇਹ ਕਿਹਾ ਸੀ ਇਸ ਵੇਵ ਫਰੰਟ ਨੂੰ ਡਿਵਾਈਡ ਕਰਨਾ ਉਹ ਕਹਿੰਦਾ ਜੀ ਨਾਓ ਯੂ ਡਿਵਾਈਡ ਦਾ ਵੇਵ ਫਰੰਟ ਇਨਟੂ 3 ਇਕੁਅਲ ਪਾਰਟ। ਜਿੱਦਾਂ ਅੱਗੇ ਅਸੀਂ ਵੇਵ ਫਰੰਟ ਨੂੰ 4 ਪੀਸ ਚ ਵੰਡ ਲਿਆ 6 ਪੀਸ ਚ ਵੰਡ ਲਿਆ 8 ਪੀਸ ਚ ਵੰਡ ਲਿਆ ਹੁਣ ਉਹਨੂੰ ਤੁਸੀਂ 3 ਪੀਸ ਚ ਵੰਡਣ ਲੱਗੇ ਤੇ ਜਦੋਂ ਇਹਨੂੰ ਮੈਂ 3 ਪੀਸ ਚ ਵੰਡਿਆ ਠੀਕ ਹੈ ਉਸ ਮੂਵਮੈਂਟ ਦੇ ਜਿਹੜਾ ਪਹਿਲਾ ਪੀਸ ਹੋਏਗਾ ਉਹਦਾ ਦੂਜੇ ਨਾਲ ਜਿਹੜਾ ਦੂਜਾ ਹੋਏਗਾ ਉਹਦਾ ਤੀਜੇ ਨਾਲ ਉਹ ਪਾਥ ਡਿਫਰੈਂਸ λ/2 ਆ ਜਾਓ। सर रिपीट करना थोड़ा सा। ਜੇ ਆਪਾਂ AB ਵੇਵ ਫਰੰਟ ਜਿਹੜਾ ਸੀਗਾ ਜੇ ਉਹਨੂੰ ਆਪਾਂ 3 ਹਾਫ ਚ ਵੰਡੀਏ ਮਤਲਬ ਆ ਮੇਰੇ ਕੋਲ ਜਿਹੜਾ ਪੋਰਸ਼ਨ ਆ AB ਵਾਲਾ ਜਿਹੜਾ ਪੋਰਸ਼ਨ ਆ
ਇਹਦੇ ਅਸੀਂ ਤਿੰਨ ਹਿੱਸੇ ਕਰਨੇ ਆ। ਇਹ ਚੋਂ ਜਿਹੜੀ ਵੇਵ ਆ W ਡੈਸ਼ ਜਿਹੜੀ ਮੇਰੀ ਟਰੈਵਲ ਕਰਕੇ ਇਹ ਚੋਂ ਲੰਘ ਕੇ ਜਾਣੀ ਆ, ਜੇ ਮੈਂ ਇਹਦੇ ਤਿੰਨ ਪੋਰਸ਼ਨ ਕਰ ਦਵਾਂ ਇਸ ਤਰ੍ਹਾਂ ਕਰਕੇ, ਹਨਾ, ਇਹ ਤੇ ਪੁਆਇੰਟ ਮਾਰਕ ਕਰ ਦਿਓ ਕੁਝ ਵੀ, ਇਹਨੂੰ C ਔਰ D। ਉਹ ਕਹਿੰਦਾ ਜੀ AC A ਪੁਆਇੰਟ ਤੋਂ ਇੱਕ ਵੇਵ ਚੱਲੇ P ਪੁਆਇੰਟ ਤੱਕ ਪਹੁੰਚਣ ਲਈ, ਇੱਕ C ਤੋਂ ਚੱਲੇ, ਇਹਨਾਂ ਵਿੱਚ ਪਾਥ ਰੈਫਰੈਂਸ λ/2 ਹੋ ਗਿਆ। ਇਹਨੇ C ਔਰ D ਦੇ ਵਿਚਲਾ ਵੀ ਪਾਥ ਰੈਫਰੈਂਸ λ/2 ਹੋ ਗਿਆ, D ਔਰ B ਚ ਵੀ ਪਾਥ ਰੈਫਰੈਂਸ λ/2 ਹੋ ਗਿਆ। ਇੱਕ ਡਿਸਟਰਬੈਂਸ AC ਚੋਂ ਚੱਲੀ, ਇੱਕ ਡਿਸਟਰਬੈਂਸ CD ਚੋਂ ਚੱਲੀ, ਇੱਕ ਡਿਸਟਰਬੈਂਸ DB ਚੋਂ ਚੱਲੀ। ਜਦੋਂ ਤਿੰਨ ਡਿਸਟਰਬੈਂਸ ਟਰੈਵਲ ਕਰਕੇ ਇਸ ਸਕਰੀਨ ਦੇ P ਪੁਆਇੰਟ ਤੇ ਪਹੁੰਚੀਆਂ ਤਾਂ ਅਸੀਂ ਕਹਿੰਦੇ ਜੀ ਇਹਦਾ ਮਤਲਬ ਇਹ ਹੋ ਗਿਆ ਉਹਨਾਂ ਵੇਵ ਦੀ ਓਵਰਲੈਪਿੰਗ ਕਿੱਦਾਂ ਦੀ ਹੋਈ। ਉਹ ਕਹਿੰਦਾ ਜੇ ਅਸੀਂ ਇਹ ਕਿਹਾ ਕਿ A ਤੋਂ ਮੰਨ ਲਓ ਕ੍ਰੈਸਟ ਚੱਲਿਆ, A ਤੋਂ ਕ੍ਰੈਸਟ ਚੱਲਿਆ, C ਤੋਂ ਮੇਰੇ ਕੋਲ ਟਰਫ ਚੱਲਿਆ, ਕਿਉਂਕਿ A ਔਰ C ਦੇ ਵਿੱਚ ਜਿਹੜਾ ਪਾਥ ਰੈਫਰੈਂਸ ਆ ਉਹ λ/2 ਆ, ਯਾਨੀ ਇੱਕ ਪੁਆਇੰਟ ਜੇ ਕ੍ਰੈਸਟ ਭੇਜੇਗਾ P ਪੁਆਇੰਟ ਵੱਲ ਨੂੰ ਤੇ ਦੂਜਾ ਟਰਫ ਭੇਜੇਗਾ। ਇਹਦਾ ਮਤਲਬ A C ਤੋਂ ਜਦੋਂ ਮੇਰੇ ਕੋਲ ਕ੍ਰੈਸਟ ਟਰਫ ਟਰੈਵਲ ਕਰਕੇ ਪਹੁੰਚੇ, ਉਹ ਕਹਿੰਦਾ P ਪੁਆਇੰਟ ਤੇ ਇਹਦਾ ਮਤਲਬ ਦੋ ਕ੍ਰੈਸਟ ਤੇ ਇੱਕ ਟਰਫ ਜਾਂ ਦੋ ਟਰਫ ਤੇ ਇੱਕ ਕ੍ਰੈਸਟ। ਕਿਉਂ ਕਹਿਣਾ ਪਿਆ ਆਹੀ ਗੱਲ ਫੇਰ ਦੁਬਾਰਾ, ਜੇ ਡੇਢ ਵੇਵ ਬਣਾ ਦਈਏ ਅਸੀਂ, ਉਹ ਤਾਂ ਅਟੈਂਟਿਵ ਹੋ ਕੇ ਸਮਝਦਾ ਜ਼ਰੂਰ ਚੱਲਿਓ ਬੇਟਾ। ਜੇ ਆਪਾਂ ਡੇਢ ਵੇਵ ਦਿਖਾ ਦਈਏ ਕਿ ਪਾਥ ਰੈਫਰੈਂਸ ਜਿਹੜਾ A ਔਰ B ਦੇ ਵਿਚਲਾ A ਔਰ B ਦੇ ਵਿਚਲਾ ਪਾਥ ਰੈਫਰੈਂਸ 1.5 ਲੈਮਡਾ ਵਾ, ਤੇ ਇਹਦੇ ਨਾਲ ਜਾਂ ਤਾਂ ਦੋ ਕ੍ਰੈਸਟ ਤੇ ਇੱਕ ਟਰਫ ਜਾਂ ਦੋ ਟਰਫ ਤੇ ਇੱਕ ਕ੍ਰੈਸਟ ਦਾ ਪਾਥ ਰੈਫਰੈਂਸ ਬਣਦਾ ਹੋਏਗਾ। ਉਹ ਕਹਿੰਦਾ ਜਦੋਂ ਇਹ ਤਿੰਨ ਚੀਜ਼ਾਂ ਇਸ P ਪੁਆਇੰਟ ਤੇ ਪਹੁੰਚੀਆਂ, ਜਿਸ ਚ ਦੋ ਕ੍ਰੈਸਟ ਤੇ ਇੱਕ ਟਰਫ ਜਾਂ ਦੋ ਟਰਫ ਤੇ ਇੱਕ ਕ੍ਰੈਸਟ ਪਹੁੰਚੇ, ਉਹਦੇ ਵਿੱਚੋਂ ਇੱਕ ਕ੍ਰੈਸਟ ਤੇ ਇੱਕ ਟਰਫ ਉਹ ਆਪਸ ਦੇ ਵਿੱਚ ਡਿਸਟਰਕਟਿਵਲੀ ਓਵਰਲੈਪ ਕਰ ਜਾਣਾ, ਜਿਹਦੇ ਕਰਕੇ ਇਹਨਾਂ ਨੇ ਇੱਕ ਦੂਜੇ ਦੀ ਇੰਟੈਂਸਿਟੀ ਯਾਨੀ એનર્ਜੀ ਨੂੰ ਖਤਮ ਕਰ ਦੇਣਾ। ਜਿਹੜਾ ਤੀਜਾ ਪੋਰਸ਼ਨ ਮੇਰਾ ਅਨਯੂਜ਼ ਰਹਿ ਗਿਆ, ਉਹ ਕ੍ਰੈਸਟ ਵੀ ਹੋ ਸਕਦਾ ਟਰਫ ਵੀ ਹੋ ਸਕਦਾ, ਠੀਕ ਹੈ ਨਾ। ਜਿਹੜਾ ਵੀ ਕ੍ਰੈਸਟ ਜਾਂ ਟਰਫ ਦਾ ਮੇਰੇ ਕੋਲ ਪੋਰਸ਼ਨ ਬਚਿਆ ਹੋਇਆ ਰਹਿ ਗਿਆ, ਉਹਨੇ ਇਸ ਪੁਆਇੰਟ P ਦੇ ਉੱਤੇ ਆਪਣੀ ਕੁਝ ਬ੍ਰਾਈਟਨੈਸ ਜਾਂ ਕੁਝ ਇੰਟੈਂਸਿਟੀ ਮੈਨੂੰ ਇੱਥੇ ਡਿਵੈਲਪ ਕਰਕੇ ਦੇਣੀ। ਗੱਲ ਸਮਝਿਓ ਧਿਆਨ ਨਾਲ। ਸੈਂਟਰ ਤੇ ਜਦੋਂ ਵੇਵ ਮਿਲੀਆਂ ਸੀ ਤੇ ਉਦੋਂ AC ਤੇ CB ਪੋਰਸ਼ਨ ਚੋਂ ਪਾਥ ਰੈਫਰੈਂਸ 0 ਹੋਣ ਕਰਕੇ ਵੇਵ ਨੇ ਇਕੁਅਲ ਲੈਂਥ ਕਵਰ ਕੀਤੀ, ਇਸ ਲਈ ਕ੍ਰੈਸਟ ਨਾਲ ਕ੍ਰੈਸਟ ਤੇ ਟਰਫ ਨਾਲ ਟਰਫ ਓਵਰਲੈਪ ਕਰ ਗਿਆ, ਮੈਕਸਿਮਮ ਇੰਟੈਂਸਿਟੀ ਦਾ ਸੈਂਟਰ 'ਚ ਪੈਟਰਨ ਬਣੇ। ਉਸ ਤੋਂ ਬਾਅਦ ਜਿੱਥੇ ਜਿੱਥੇ ਪਾਥ ਰੈਫਰੈਂਸ 1 ਲੈਮਡਾ 2 ਲੈਮਡਾ 3 ਲੈਮਡਾ n ਲੈਮਡਾ ਆਂਦਾ ਗਿਆ, ਸਕਰੀਨ ਦੇ ਸਾਰੇ ਪੁਆਇੰਟ ਤੇ ਡਾਰਕ ਪੈਟਰਨ ਆ ਗਏ। ਉਹ ਕਹਿੰਦਾ ਹੁਣ ਆਪਾਂ ਇਹ ਕਿਹਾ ਕਿ ਜੇ ਪਾਥ ਰੈਫਰੈਂਸ ਮੇਰਾ 3/2 ਲੈਮਡਾ ਯਾਨੀ 1.5 ਲੈਮਡਾ ਹੋਇਆ ਤੇ ਉਦੋਂ ਸਕਰੀਨ ਦੇ ਇਸ ਪੁਆਇੰਟ ਤੇ ਇਹ ਤਿੰਨ ਪੋਰਸ਼ਨ ਚੋਂ ਜਿਹੜੀਆਂ ਵੇਵਸ ਇੱਥੇ ਪਹੁੰਚਣੀਆਂ ਵਾ, ਉਹਨਾਂ ਵੇਵਸ ਦੇ ਵਿੱਚ ਦੋ ਕ੍ਰੈਸਟ ਤੇ ਇੱਕ ਟਰਫ ਜਾਂ ਦੋ ਟਰਫ ਤੇ ਇੱਕ ਕ੍ਰੈਸਟ ਪਹੁੰਚੇਗਾ, ਜਿਹਦੇ ਵਿੱਚੋਂ ਇੱਕ ਕ੍ਰੈਸਟ ਔਰ ਇੱਕ ਟਰਫ ਜਿਹੜਾ ਵਾ ਉਹ ਓਵਰਲੈਪ ਕਰਕੇ ਡਿਸਟਰਕਟਿਵਲੀ એનર્ਜੀ ਨੂੰ ਖਤਮ ਕਰੂਗੇ, ਤੇ ਜਿਹੜਾ ਤੀਜਾ ਪੋਰਸ਼ਨ ਸਿਰਫ ਅਨਯੂਜ਼ ਰਹਿ ਗਿਆ, ਇਹ ਮਤਲਬ ਉਹਨੇ ਮੈਨੂੰ ਸਕਰੀਨ ਦੇ ਉਸ ਪੁਆਇੰਟ ਤੇ ਕੁਝ ਬ੍ਰਾਈਟਨੈਸ ਯਾਨੀ ਕੁਝ ਇੰਟੈਂਸਿਟੀ ਉੱਤੇ ਦੇਣੀ। ਹੁਣ ਜੇ ਇਹੀ ਮੇਰੇ ਕੋਲ ਪਾਥ ਰੈਫਰੈਂਸ 3/2 ਲੈਮਡਾ ਦੀ ਥਾਂ ਤੇ 5/2 ਲੈਮਡਾ ਆ ਜੇ, ਫਿਰ ਤੁਸੀਂ ਆਪਣੇ ਵੇਵ ਫਰੰਟ ਦੇ 5 ਪੀਸ ਕਰ ਦੂੰਗੇ। ਪੰਜਾਂ ਵਿੱਚੋਂ ਹੁਣ ਉਹ ਇੱਥੇ ਦਿਖਾਦਾ ਤੇ ਇਹਦਾ ਮਤਲਬ ਆ ਚੀਜ਼ ਆ ਗਈ, ਜੇ 2.5 ਲੈਮਡਾ ਦਾ ਡਿਫਰੈਂਸ ਹੋਇਆ ਤਾਂ 3 ਕ੍ਰੈਸਟ ਤੇ 2 ਟਰਫ ਪਹੁੰਚੇ, ਇਹਦੇ ਵਿੱਚੋਂ 2 ਕ੍ਰੈਸਟ ਤੇ 2 ਟਰਫ ਇਹ ਓਵਰਲੈਪ ਕਰ ਜਾਣੇ, ਇਹ ਡਿਸਟਰਕਟਿਵਲੀ ਓਵਰਲੈਪ ਕਰ ਗਏ। ਪੰਜਵਾਂ ਪੋਰਸ਼ਨ ਅਨਯੂਜ਼ ਰਹਿ ਗਿਆ, ਇਹਦੇ ਨਾਲ ਫਿਰ ਦੁਬਾਰਾ ਮੈਨੂੰ ਜਿਹੜੀ એનર્ਜੀ ਆ ਉਹ ਪੰਜਵੇਂ ਪੋਰਸ਼ਨ ਤੋਂ ਮਿਲੀ, ਪਹਿਲੋਂ ਤੀਜੇ ਪੋਰਸ਼ਨ ਤੋਂ ਮਿਲੀ। ਕਹਿੰਦਾ ਫਰਕ ਇਹ ਪਿਆ, ਉਹ ਕਹਿੰਦਾ ਗੱਲ ਇਹ ਆ ਗਈ ਕਿ ਵੀ ਜਿਹੜਾ ਪੈਟਰਨ ਹੈਗਾ ਉਹ 'ਚ ਇਹ ਇੰਟੈਂਸਿਟੀ ਘਟਦੀ ਕਿਉਂ ਪਈ ਆ। ਉਹਦਾ ਕਾਰਨ ਇਹ ਆ ਕਿ ਜੇ ਇੱਥੋਂ ਵੇਵ ਫਰੰਟ ਮੰਨ ਲਓ 10 ਜੂਲ એનર્ਜੀ ਲੈ ਕੇ ਆਇਆ ਸੀ, ਪਹਿਲੋਂ 10 ਜੂਲ 3 ਹਿੱਸਿਆਂ 'ਚ ਵੰਡੀ ਸੀ, ਹੁਣ 10 ਜੂਲ 5 ਪੋਰਸ਼ਨ 'ਚ ਵੰਡੀ, ਤੇ ਜਦੋਂ 3 ਪਾਰਟ 'ਚ ਵੰਡੀ ਸੀਗੀ ਤੇ ਹਰ ਪਾਰਟ 3.3 ਜੂਲ ਦਾ ਆਇਆ। ਇੱਕ 3.3 ਜੂਲ ਦਾ ਪੋਰਸ਼ਨ ਦੂਜੇ 3.3 ਜੂਲ ਪੋਰਸ਼ਨ ਨਾਲ ਕੈਂਸਲ ਆਊਟ ਕਰ ਗਿਆ ਤੇ 3.3 ਜੂਲ ਦੀ એનર્ਜੀ ਬਚ ਗਈ। ਪਰ ਜੇ 5 ਪਾਰਟ 'ਚ ਡਿਵਾਈਡ ਕੀਤੀ ਤੇ ਉਹ 5 ਪਾਰਟ 'ਚ ਉਹੀ 10 ਜੂਲ ਜਦੋਂ ਡਿਵਾਈਡ ਹੋਏ ਤੇ 2 ਜੂਲ ਦੇ ਹਰ ਪਾਰਟ ਬਣਿਆ, ਉਹਦੇ ਵਿੱਚੋਂ 2 ਜੂਲ ਦੇ 4 ਪਾਰਟ ਇੱਕ ਦੂਜੇ ਦਾ ਇਫੈਕਟ ਖਤਮ ਕਰਕੇ ਬਚੀ ਹੋਈ એનર્ਜੀ ਮੇਰੇ ਕੋਲ 2 ਜੂਲ ਰਹੇਗੀ। ਇਹਦਾ ਮਤਲਬ ਆ ਕਿ ਜਿਹੜਾ ਪੈਟਰਨ ਹੈਗਾ ਉਹਦੇ ਵਿੱਚ ਇੰਟੈਂਸਿਟੀ ਯਾਨੀ ਬ੍ਰਾਈਟਨੈਸ ਜਿਹੜੀ ਹੋਏਗੀ that will going on decrease। ਇਸ ਲਈ ਇਹਨੂੰ ਅਸੀਂ ਫਸਟ ਸੈਕੰਡਰੀ ਮੈਕਸਿਮਾ, ਇਹਨੂੰ ਅਸੀਂ ਸੈਕੰਡ ਸੈਕੰਡਰੀ ਮੈਕਸਿਮਾ, ਇਹਨੂੰ ਅਸੀਂ ਥਰਡ ਸੈਕੰਡਰੀ ਮੈਕਸਿਮਾ, ਇਦਾਂ ਕਰਕੇ ਨਾਮ ਦਿੰਦੇ ਜਾਵਾਂਗੇ।
और ये सारे जिहड़े पॉइंट आंदे पे जे ध्यान दिओ 3 लैम्डा बाय 2 5 लैम्डा बाय 2 7 लैम्डा बाय 2 यानी सारे दे सारे मेरे ऑड मल्टीपल आंदे पे ते जे पाथ रेफरेंस दी कंडीशन आप इत्थे लिख दईए एक पासे a sin थीटा आई अटेंटिव रहियो बार बार कह रहे हैं जे एक पासे a sin थीटा पाथ रेफरेंस ही ते आ 3/2 लैम्डा 5/2 लैम्डा ਇਹਦੇ ਅਕੋਰਡਿੰਗਲੀ ਇੱਥੇ ਵੈਲਿਊ ਮੇਰੇ ਕੋਲ ਜਿਹੜੀ ਉਹ ਔਡ ਵੈਲਿਊ ਆ ਜਾਏਗੀ 2n + 1 * λ/2 ਇਹਦਾ ਮਤਲਬ ਜੇ a sin ਥੀਟਾ n ਲੈम्डा ਦੀ ਕੰਡੀਸ਼ਨ ਜਸਟੀਫਾਈ ਕਰੇਗਾ ਤਾਂ ਸਕਰੀਨ ਦੇ ਸਾਰੇ ਉਹ ਪੁਆਇੰਟ ਮਿਨੀਮਮ ਇੰਟੈਂਸਿਟੀ ਵਾਲੇ ਸ਼ੋ ਕਰਦਾ ਜਾਊ ਤੇ ਜੇ ਉਹ ਪਾਥ ਰੈਫਰੈਂਸ a sin ਥੀਟਾ = 2n + 1 * λ/2 ਦੇ ਨਾਲ ਕਹਿੰਦਾ ਕੰਡੀਸ਼ਨ ਜਸਟੀਫਾਈ ਕਰੇਗਾ ਤੇ ਇਹ ਸਾਰੇ ਸਕਰੀਨ ਦੇ ਜਿਹੜੇ ਸੈਕੰਡਰੀ ਮੈਕਸਿਮਾ ਬਣਦੇ ਪਏ ਉਹਨਾਂ ਦੀ ਪੋਜੀਸ਼ਨਸ ਮੈਨੂੰ ਦੱਸਦਾ ਜਾਏਗਾ क्या समझ आई Yes, sir. Yes, sir. हाँ जी कंटिन्यू कर रहे ਜਿਹੜਾ ਆਪਣਾ ਪੈਟਰਨ ਸਕਰੀਨ ਦੇ ਸੈਂਟਰ ਆਪਣੇ ਕੋਲ ਪੂਰਾ ਜਨਰੇਟ ਹੋਇਆ ਵਾ ਇਹਦੇ ਵਿੱਚ ਜੇ ਇੰਟਰਫੇਰੈਂਸ ਦੇ ਨਾਲ ਇਹਨੂੰ ਕੰਪੈਰੀਟਿਵ ਕਰੀਏ ਤੇ ਇੰਟਰਫੇਰੈਂਸ ਦੇ ਪੈਟਰਨ ਚ ਅਸੀਂ ਕਿਹਾ ਸਾਰੀਆਂ ਫ੍ਰਿੰਜਸ ਇੱਕ ਤੇ ਇਕੁਅਲ ਇੰਟੈਂਸਿਟੀ ਦੀਆਂ ਆਂਦੀਆਂ ਠੀਕ ਹੈ ਜੀ ਦੂਜਾ ਉਹਦੇ ਚ ਜਿੰਨੀਆਂ ਫ੍ਰਿੰਜਸ ਬੰਦੀਆਂ ਸੀ ਸਾਰੀਆਂ ਇਕੁਅਲ ਵਿਡਥ ਦੀਆਂ ਸੀ ਇਹ ਅਸੀਂ ਇੰਟਰਫੇਰੈਂਸ ਵਾਲੇ ਟੌਪਿਕ ਚ ਪ੍ਰੂਵ ਕੀਤਾ ਯੰਗ ਡਬਲ ਸਲਿਟ ਵਾਲੇ ਐਕਸਪੈਰੀਮੈਂਟਸ ਇਹ ਚ ਸਾਡੇ ਕੋਲ ਕੀ ਹੈ ਕਿ ਸਕਰੀਨ ਦੇ ਸੈਂਟਰ ਚ ਮੈਕਸਿਮਮ ਇੰਟੈਂਸਿਟੀ ਦਾ ਪੈਟਰਨ ਉਸ ਤੋਂ ਬਾਅਦ ਇੰਟੈਂਸਿਟੀ ਜਿਹੜੀ that will going on decreasing ਉਹ ਕਹਿੰਦਾ ਫਿਰ ਸੈਂਟਰਲ ਮੈਕਸਿਮਾ ਗੱਲ ਧਿਆਨ ਨਾਲ ਸਮਝ ਲਿਓ ਸੈਂਟਰਲ ਮੈਕਸਿਮਾ ਦੀ ਵਿਡਥ ਕੱਢ ਕੇ ਦਿਓ ਕਿੰਨੀ ਹੋਏਗੀ ਤੇ ਜੇ ਮੈਂ ਇੱਥੋਂ ਬੋਲਾਂ ਆ AB ਵਾਲੇ ਦੋ ਪੁਆਇੰਟ ਲੈ ਲਓ ਜਿੱਥੇ ਮੇਰੇ ਕੋਲ ਇਸ ਸੈਂਟਰ ਦੇ ਪੋਜ਼ਿਟਿਵ ਸਾਈਡ ਤੇ ਵੀ ਔਰ ਨੈਗੇਟਿਵ ਸਾਈਡ ਤੇ ਫਸਟ ਮਿਨੀਮਾ ਬਣਦਾ ਉਹ ਕਹਿੰਦਾ ਜੀ ਫਸਟ ਮਿਨੀਮਾ ਔਨ ਬੋਥ ਦਾ ਸਾਈਡ ਇਹਦੇ ਇਨ ਬਿਟਵੀਨ ਜਿਹੜਾ ਪੋਰਸ਼ਨ ਇਨਕਲੋਜ਼ ਹੁੰਦਾ ਪਿਆ ਇਹ ਸੈਂਟਰਲ ਮੈਕਸਿਮਾ ਦੀ ਵਿਡਥ ਹੋਏਗੀ ਕਿ ਪਹਿਲਾਂ ਇੰਨੀ ਗੱਲ ਸਮਝ ਲੱਗੀ Yes, sir. Yes, sir. Yes, sir. ਜਿਹੜਾ ਸੈਂਟਰਲ ਮੈਕਸਿਮਾ ਆਏਗਾ ਸੈਂਟਰਲ ਮੈਕਸਿਮਾ ਆ ਜਿਹੜਾ ਪੈਟਰਨ ਆ ਇਹ ਮੈਨੂੰ ਇੱਥੇ ਦਿਖਦਾ ਪਿਆ ਪੂਰੀ ਸਕਰੀਨ ਦੇ ਉੱਤੇ ਉਹ ਕਹਿੰਦਾ ਜੀ ਆਹ ਸਕਰੀਨ ਤੇ ਫਿਰ ਜਿਹੜਾ ਮੈਨੂੰ ਪੈਟਰਨ ਦਿਖਦਾ ਨਾ ਇਹਦੇ ਵਿੱਚ ਇਹ ਥੋੜਾ ਜਿਹਾ ਹੋਰ ਇਹਦੇ ਚ ਲਬੇੜਨ ਲੱਗਿਆ ਇਸ ਚੀਜ਼ ਨੂੰ ਇਹਦੇ ਸੈਂਟਰ ਦੇ ਵਿੱਚ ਮੇਰੇ ਕੋਲ ਜਿਹੜਾ ਕੁਝ ਇਸ ਵੇ ਨਾਲ ਮੈਕਸਿਮਮ ਇੰਟੈਂਸਿਟੀ ਦਾ ਪੈਟਰਨ ਬਣਿਆ ਇਸ ਤੋਂ ਬਾਅਦ ਅਸੀਂ ਸ਼ੋ ਕਰਦੇ ਪਏ ਕਿ ਇੰਟੈਂਸਿਟੀ ਜਿਹੜੀ ਉਹ ਮੇਰੇ ਕੋਲ ਇਦਾਂ ਕਰਕੇ ਘਟਦੀ ਜਾ ਰਹੀ ਪੋਜ਼ਿਟਿਵ ਸਾਈਡ ਵੀ ਨੈਗੇਟਿਵ ਸਾਈਡ ਕੁਝ ਇਸ ਵੇ ਨਾਲ ਪੈਟਰਨ ਬਣਦਾ ਪਿਆ ਉਹ ਕਹਿੰਦਾ ਕਿ ਜਿਹੜਾ ਇਹ ਸੈਂਟਰ 'ਚ ਪੈਟਰਨ ਆਇਆ ਨਾ ਇਹਨੂੰ ਆਪਾਂ ਜੇ ਸਿੰਬੋਲਿਕਲੀ ਸ਼ੋ ਕਰੀਏ ਤਾਂ ਅਸੀਂ ਆ ਕਿਹਾ ਕਿ ਇੱਥੇ ਇੱਕ ਸਲਿਟ ਸੀਗੀ ਠੀਕ ਹੈ ਥੋੜੀ ਚੀਜ਼ ਰਿਕਾਲ ਇਸੇ ਫਿਗਰ 'ਚੋਂ ਕਰਨੀ ਪਏਗੀ ਪਹਿਲਾਂ ਆਪਾਂ ਨੂੰ ਇੱਥੇ ਮੇਰੇ ਕੋਲ ਸਲਿਟ ਸੀਗੀ ਜਿਹਦੇ 'ਚੋਂ ਲਾਈਟ ਪਾਸ ਆਨ ਹੋ ਰਹੀ ਸੀਗੀ AB ਆਪਾਂ ਉਹਦਾ ਨਾਮ ਰੱਖਿਆ ਇੱਥੇ ਅਸੀਂ ਸੈਕਿੰਡ ਲੈਂਸ ਰੱਖਿਆ ਤੇ ਇਸ ਤੋਂ ਬਾਅਦ ਅਸੀਂ ਕਿਹਾ ਕਿ ਜਿਹੜੀ ਸਕਰੀਨ ਤੇ ਲਾਈਟ ਪਹੁੰਚੀ ਹੈਨਾ ਇਧਰੋਂ ਲਾਈਟ ਨੇ ਜਦੋਂ ਐਸ ਸੱਚ ਮੇਰੇ ਕੋਲ ਦੋਨੋਂ ਪਾਸਿਓਂ ਇਕੁਅਲ ਲੈਂਥ ਕਵਰ ਕਰਕੇ ਆ ਸੈਂਟਰ 'ਚ ਪੈਟਰਨ ਦਿੱਤਾ ਗੱਲ ਸਮਝ ਲੱਗਦੀ ਪਈ ਪੁੱਤ Yes, sir. Yes, sir. ਜਿਹੜਾ ਸੈਂਟਰ 'ਚ ਪੈਟਰਨ ਹੈ ਨਾ ਅਸੀਂ ਜਸਟ ਉਹਨੂੰ ਸਿੰਬੋਲਿਕਲੀ ਸ਼ੋ ਆਫ ਕਰੀ ਇਦਾਂ ਕਹਿੰਦੇ ਪਏ ਆ ਮੰਨ ਲਓ ਸੈਂਟਰ ਦੇ ਵਿੱਚ ਮੇਰੇ ਕੋਲ ਪੈਟਰਨ ਬਣਿਆ ਹੁਣ ਜਿੱਥੇ ਤੱਕ ਇਹ ਸੈਂਟਰ ਦਾ ਪੈਟਰਨ ਬਣਿਆ ਆ ਪੁਆਇੰਟ ਦੀ ਗੱਲ ਕਰਦਾ ਪਿਆ ਹਨਾ ਇਹਦੇ ਸੈਂਟਰ ਤੋਂ ਜੇ ਅਸੀਂ ਕਹੀਏ ਜੀ ਜਿੱਥੇ ਫਸਟ ਮਿਨੀਮਾ ਬਣ ਕੇ ਆਇਆ ਆ ਮੇਰਾ ਫਸਟ ਮਿਨੀਮਾ ਦੀ ਪੋਜੀਸ਼ਨ ਆ ਇਹਦੀ ਆ ਨੈਗੇਟਿਵ ਸਾਈਡ ਤੇ ਵੀ ਫਸਟ ਮਿਨੀਮਾ ਦੀ ਪੋਜੀਸ਼ਨ ਆ ਤੇ ਦੋ ਫਸਟ ਮਿਨੀਮਾ ਦੇ ਇਨ ਬਿਟਵੀਨ ਮੇਰਾ ਸੈਂਟਰਲ ਮੈਕਸਿਮਾ ਬਣਦਾ ਪਿਆ ਉਹ ਕਹਿੰਦਾ ਜੇ ਮੈਂ ਇਸ ਫਿਗਰ ਦਾ ਇਨਾ ਪੋਰਸ਼ਨ ਲਵਾਂ ਜਿਹੜੀਆਂ ਵੇਵਸ ਇੱਥੇ ਥੀਟਾ ਐਂਗਲ ਟਰੈਵਲ ਕਰਕੇ ਸਕਰੀਨ ਦੇ ਇਸ P ਪੁਆਇੰਟ ਤੇ ਪਹੁੰਚੀਆਂ ਸੀਗੀਆਂ ਠੀਕ ਹੈ ਜਿਹੜੀਆਂ ਵੇਵ ਇੱਥੇ ਜਾ ਕੇ ਫਸਟ ਮਿਨੀਮਾ ਬਣਾਉਂਦੀਆਂ ਜਿਸ ਤੋਂ ਬਾਅਦ ਫਿਰ ਸੈਕੰਡਰੀ ਮੈਕਸਿਮਾ ਬਣਨਾ ਸ਼ੁਰੂ ਹੋਇਆ ਜਿਸ ਤੋਂ ਬਾਅਦ ਸੈਕੰਡਰੀ ਮੈਕਸਿਮਾ ਬਣਨੇ ਸ਼ੁਰੂ ਹੋਣੇ ਉਹ ਕਹਿੰਦਾ ਜੇ ਇਸ ਵੇਲੇ ਇੱਥੋਂ ਚਲੀਏ ਬੱਚੇ ਬਾਰ-ਬਾਰ ਇੱਕ ਚੀਜ਼ ਕਹਿ ਰਿਹਾ ਕਿ ਥੋੜਾ ਧਿਆਨ ਨਾਲ ਇਸ ਨੂੰ ਸਮਝ ਲਈ ਉਹ ਕਹਿੰਦਾ ਜੀ ਜਿਹੜਾ ਐਸਐਚ ਸਕਰੀਨ ਦੇ ਸੈਂਟਰ ਤੇ ਇੱਥੇ ਮੇਰੇ ਕੋਲ ਮਿਨੀਮਮ ਬਣ ਕੇ ਆਇਆ ਇਹਦੇ ਲਈ ਫਾਰਮੂਲਾ ਹੁਣੀ ਅਸੀਂ ਲਿਖ ਕੇ ਹਟੇ a sin ਥੀਟਾ = n ਲੈਮਡਾ ਤੇ ਜੇ ਮੈਂ ਫਸਟ ਮਿਨੀਮਾ ਕਵਾਂ ਤੇ ਫਸਟ ਮਿਨੀਮਾ ਵਾਸਤੇ ਮੇਰੇ ਕੋਲ n ਦੀ ਵੈਲਿਊ 1 ਵਾ ਤੇ देयरफॉर ਮੇਰੇ ਕੋਲ ਇਥੋਂ a sin ਥੀਟਾ ਦੀ ਵੈਲਿਊ 1 ਲੈਮਡਾ ਆ ਗਈ ਇਥੋਂ sin ਥੀਟਾ ਕੱਢ ਲਵਾਂ ਤੇ ਉਹਦੀ ਵੈਲਿਊ λ/a ਆ ਗਈ ਕਿੰਨੀ ਗੱਲ ਸਮਝ ਆਈ Yes, sir. Yes, sir.
ਉਹ ਕਹਿੰਦਾ sin ਥੀਟਾ ਮੇਰੇ ਕੋਲ ਜਿਹੜਾ ਵਾ ਉਹ ਲੈਮਡਾ ਬਾਈ a ਆ ਗਿਆ। ਇਹ ਇੱਕ ਪਾਸੇ ਦਾ sin ਆਪਣੇ ਕੋਲ ਥੀਟਾ ਆਪਾਂ ਦਿਖਾਇਆ ਤੇ ਇੰਨਾ ਹੀ ਪੈਟਰਨ ਇੱਧਰ ਵੀ ਐਕਸਟੈਂਡਡ ਆ, ਇੰਨਾ ਹੀ ਪੈਟਰਨ ਮੇਰਾ ਇੱਧਰ ਵੀ ਐਕਸਟੈਂਡਡ ਆ। ਇਹ ਮਤਲਬ ਜਿਹੜਾ ਸੈਂਟਰ 'ਚ ਆ ਪੂਰਾ ਪੈਟਰਨ ਆ ਹਨਾ, ਇਹਨੇ ਟੋਟਲ ਐਂਗਲ 2 ਥੀਟਾ ਬਣਾਇਆ ਹੋਊਗਾ। ਆ ਜਿਹੜਾ ਟੋਟਲ ਇੱਥੇ ਐਂਗਲ ਬਣਿਆ ਆਪਣੇ ਕੋਲ, ਜਿਹੜਾ ਸੈਂਟਰਲ ਮੈਕਸਿਮਾ ਨੇ ਐਂਗਲ ਟੋਟਲ ਬਣਾਇਆ ਉਹ ਪੁੱਤ 2 ਥੀਟਾ ਐਂਗਲ ਬਣਿਆ ਮੇਰਾ। Yes, sir. Yes, sir. ਉਹ ਕਹਿੰਦਾ ਜੀ therefore ਜੇ ਆਪਾਂ ਇੱਥੇ ਲਿਖ ਕੇ ਚਲੀਏ, ਇਹ 'ਚ ਇੱਕ ਅਜ਼ੰਪਸ਼ਨ ਵੀ ਲਗਾ ਰਿਹਾ ਨਾਲ ਹੀ, ਇਫ ਐਂਗਲ ਇਜ਼ ਵੈਰੀ ਸਮਾਲ, ਕਿਉਂਕਿ ਇਹ ਜਿਹੜਾ ਪੈਟਰਨ ਸਕਰੀਨ ਤੇ ਬਣਦਾ ਪਿਆ ਇਹ ਬੜਾ ਨਿੱਕਾ ਜਿਹਾ ਮਾਈਕਰੋਸਕੋਪਿਕ ਪੋਰਸ਼ਨ ਆ, ਤੇ ਜੇ ਬਹੁਤ ਛੋਟਾ ਜਿਹਾ ਪੋਰਸ਼ਨ ਆ ਤੇ ਇਹ ਐਂਗਲ ਬਹੁਤ ਛੋਟੇ ਹੋਊਗੇ। ਉਹ ਕਹਿੰਦਾ ਜੀ ਇਫ ਐਂਗਲ ਇਜ਼ ਵੈਰੀ ਸਮਾਲ ਤੇ then we can write sin theta approximately equal to theta। ਇਹ ਮੈਂ sin theta ਨੂੰ theta ਨਾਲ ਰਿਪਲੇਸ ਕਰ ਦੇਣੇ। therefore theta ਦੀ ਵੈਲਿਊ ਮੇਰੇ ਕੋਲ lambda by a ਆ ਗਈ। ਇਹਨੂੰ ਅਸੀਂ ਹਾਫ ਐਂਗੂਲਰ ਵਿਡਥ ਵੀ ਕਹਿੰਦੇ ਆ। ਇਹਨੂੰ ਅਸੀਂ ਜੋ ਐਂਗਲ ਥੀਟਾ ਦੀ ਫਾਰਮ 'ਚ ਇਹ ਲਿਖਦਾ ਪਿਆ ਇਹਨੂੰ ਅਸੀਂ ਹਾਫ ਐਂਗੂਲਰ ਵਿਡਥ ਕਹਿੰਦੇ, ਕਿਉਂਕਿ ਐਂਗਲ ਦੀ ਫਾਰਮ 'ਚ ਅੱਧੀ ਵਿਡਥ ਦੱਸਦੇ ਪਏ। ਤੇ ਜੇ ਮੈਂ ਆਹ ਪਾਸਾ ਵੀ ਜੋੜਦਾ ਤੇ therefore angular width of central maxima, ਜੇ ਮੈਂ ਸੈਂਟਰਲ ਮੈਕਸਿਮਾ ਦੀ ਜਿਹੜਾ ਕਿ 2 ਥੀਟਾ ਬਣਿਆ ਇਹਦੀ ਮੈਂ ਵਿਡਥ ਲਿਖਣੀ ਹੋਵੇ ਤੇ ਇਹਦੀ ਵੈਲਿਊ 2 ਲੈਮਡਾ ਬਾਈ a ਆ ਜਾਊਗੀ। ਕਲੀਅਰ ਇੰਨੀ ਗੱਲ? Yes, sir. Yes, sir. ਜਿੰਨਾ ਟੋਟਲ ਮੇਰਾ ਐਂਗਲ ਸੈਂਟਰ 'ਚ ਜਿਹਨੂੰ 2 ਥੀਟਾ ਕਹਿੰਦੇ ਪਏ ਇਹਨੂੰ ਆਪਾਂ ਜਨਰਲਾਈਜ਼ ਕਰਕੇ ਇਹਨੂੰ ਥੀਟਾ ਡੈਸ਼ ਸਿੰਬਲ ਦੇ ਲਿਆ, ਕਿਉਂਕਿ ਗਲਤੀ ਨਾਲ ਨਾ ਮੈਂ ਸੈਂਟਰਲ ਮੈਕਸਿਮਾ ਦੀ ਵਿਡਥ 2 ਨਾਲ 2 ਕੱਟ ਕੇ ਥੀਟਾ ਲੈਮਡਾ ਬਾਈ a ਪੜ ਜਾਊਂਗਾ, ਉਹ ਗਲਤ ਆ। ਜਿਹੜੀ ਟੋਟਲ ਐਂਗੂਲਰ ਵਿਡਥ ਹੈਗੀ ਆ ਉਹ 2 ਥੀਟਾ ਵਾ। 2 ਥੀਟਾ ਥਾਂ ਤੋਂ ਆਪਾਂ ਥੀਟਾ ਡੈਸ਼ ਲਿਖ ਦਿੰਨੇ। ਇਹ ਮਤਲਬ ਸੈਂਟਰਲ ਮੈਕਸਿਮਾ ਦੀ ਜਿਹੜੀ ਐਂਗੂਲਰ ਵਿਡਥ ਵਾ ਉਹ ਮੇਰੀ 2 ਲੈਮਡਾ ਬਾਈ a ਆ ਜੂ। Yes, sir. ਹੁਣ ਅੱਗੇ Yes. ਸਮਝੋ, ਅਗਲਾ ਪੋਰਸ਼ਨ ਜਸਟ 5 ਮਿੰਟ ਦਾ ਕੰਮ ਰਹਿ ਗਿਆ। ਉਹ ਕਹਿੰਦਾ ਜੀ ਜਿੱਥੇ ਸਲਿੱਟ ਵਾ ਹਨਾ, ਜਿੱਥੇ ਆ ਮੇਰੇ ਕੋਲ ਐਸ ਇਹ ਤੋਂ ਪਿੱਛੇ ਆ ਸਲਿੱਟ ਸੀਗੀ, ਸਲਿੱਟ ਤੋਂ ਲੈ ਕੇ ਸਕਰੀਨ ਤੱਕ ਜਿੰਨਾ ਗੈਪ ਹੁੰਦਾ ਵਾ ਇਹਨੂੰ ਅਸੀਂ ਕੈਪੀਟਲ ਡੀ ਲਿਖਦੇ ਆ। ਪਿਛਲੇ ਚੈਪਟਰ 'ਚ ਵੀ ਆਪਾਂ ਇੰਟਰਫੇਰੈਂਸ ਇਹੀ ਵੇਰੀਏਬਲ ਸੀਗਾ। ਸਲਿੱਟ ਤੋਂ ਲੈ ਕੇ ਸਕਰੀਨ ਤੱਕ ਦੇ ਗੈਪ ਨੂੰ ਡੀ ਕਹਿੰਦੇ ਪਏ, ਠੀਕ ਹੈ। ਤੇ ਜਿਹੜਾ ਆ ਲੈਂਸ ਦਾ ਆ ਇਸ ਪੁਆਇੰਟ ਦੀ ਗੱਲ ਕਰਾਂ, ਆ ਪੁਆਇੰਟ ਲੈਂਸ ਦਾ ਫੋਕਸ ਆ ਉਹ ਪੁਆਇੰਟ ਜਿਹੜਾ ਇਹ ਲੈਂਸ L2 ਦਾ ਫੋਕਸ ਆ। ਇਹਦਾ ਮਤਲਬ ਇਸ ਲੈਂਸ ਦੇ ਸੈਂਟਰ ਤੋਂ ਆ ਜਿਹੜਾ ਡਿਸਟੈਂਸ ਆ ਇਹ ਇਸ ਲੈਂਸ ਦੀ ਫੋਕਲ ਲੈਂਥ ਹੋਏਗੀ। ਇੰਨੀ ਗੱਲ ਸਮਝ ਲੱਗੀ? Yes, sir. Yes, sir. ਪੁੱਤ ਲੈਂਸ ਤੋਂ ਆਪਾਂ ਜਿਹੜੀ ਲਾਈਟ ਪੈ ਰਹੀ ਸੀ ਅਸੀਂ ਕਿ ਉਹ ਲੈਂਸ ਦੇ ਫੋਕਸ ਤੇ ਕਨਵਰਜ ਕੀਤੀ ਹੈ, ਮਤਲਬ ਉਹ ਪੁਆਇੰਟ ਲੈਂਸ ਦਾ ਫੋਕਸ ਆ ਤੇ ਫੋਕਸ ਤੋਂ ਲੈ ਕੇ ਇਹਦੇ ਆਪਟੀਕਲ ਸੈਂਟਰ ਦੇ ਵਿਚਲਾ ਗੈਪ ਉਹਨੂੰ ਅਸੀਂ ਫੋਕਲ ਲੈਂਥ ਕਹਿੰਦੇ। ਇਹ 'ਚ ਹੁਣ ਇਹਦਾ ਮਤਲਬ ਆ f ਆ ਗਿਆ ਫੋਕਲ ਲੈਂਥ ਆਫ ਦਿਸ ਲੈਂਸ, ਤੇ ਦੂਜੇ ਪਾਸੇ ਉੱਪਰੋਂ ਸਲਿੱਟ ਤੋਂ ਲੈ ਕੇ ਸਕਰੀਨ ਤੱਕ ਦੇ ਗੈਪ ਨੂੰ d ਕਹਿੰਦੇ ਪਏ। ਹੁਣ ਗੱਲ ਸਮਝਿਓ ਧਿਆਨ ਨਾਲ, ਅਜ਼ੰਪਸ਼ਨ ਆ ਇਫ ਲੈਂਸ ਇਜ਼ ਹੈਲਡ ਵੈਰੀ ਮਚ ਕਲੋਜ਼ ਟੂ ਦਾ ਸਲਿੱਟ, ਜੇ ਮੈਂ ਲੈਂਸ ਨੂੰ ਠੀਕ ਹੈ ਜੀ ਇਸ ਸਲਿੱਟ ਦੇ ਬਹੁਤ ਕਲੋਜ਼ ਲੈ ਜਾਵਾਂ ਤੇ ਉਸ ਮੂਮੈਂਟ ਤੇ ਆ d ਤੇ f ਜਿਹੜੇ ਨੇ ਇਹ ਅਪਰੋਕਸੀਮੇਟਲੀ ਇਕੁਅਲ ਆ ਜੂਗੇ। Yes, sir. Hello. ਠੀਕ ਹੈ। ਤੇ ਇੱਥੋਂ ਹੀ ਜੇ ਮੈਂ ਐਸਐਚ ਸਾਈਨ ਥੀਟਾ ਦਾ ਇੱਕ ਫਾਰਮੂਲਾ ਹੋਰ ਲਿਖ ਲਵਾਂ ਤੇ ਆਪਾਂ ਇਹ 'ਚ ਕੰਡੀਸ਼ਨ ਲਿਖਣ ਲੱਗੇ ਕਿ ਜੇ ਤੂੰ ਸਾਈਨ ਥੀਟਾ ਲਿਖਣਾ ਹੋਵੇ ਤੇ ਸਾਈਨ ਥੀਟਾ ਲਿਖਣ ਵਾਸਤੇ ਆ ਜਿਹੜਾ ਸੈਂਟਰ ਤੋਂ ਜਿੱਥੇ ਫਸਟ ਮਿਨੀਮਾ ਬਣਿਆ ਇੰਨੇ ਡਿਸਟੈਂਸ ਨੂੰ ਅਸੀਂ x ਮੰਨ ਲਈਏ। ਆ ਚੀਜ਼ ਮੇਰੀ x ਆ ਗਈ, ਠੀਕ ਹੈ ਜੀ। ਇੰਨੀ ਸਾਈਡ ਮੇਰੀ x ਆ ਗਈ, ਇੰਨਾ ਹੀ x ਇੱਧਰ ਵੀ ਆ ਗਿਆ, ਇਹ ਬਾਅਦ ਚੋਂ ਐਡ ਕਰ ਲਾਂਗੇ। ਹੁਣ ਜੇ ਮੈਂ ਇਸ ਟ੍ਰਾਇੰਗਲ ਦੇ ਵਿੱਚੋਂ ਆ ਜਿਹੜੀ ਟ੍ਰਾਇੰਗਲ ਬਣਦੀ ਪਈ, ਜੇ ਇਸ ਟ੍ਰਾਇੰਗਲ ਦੇ ਵਿੱਚੋਂ ਮੈਂ ਸਾਈਨ ਥੀਟਾ ਡਿਫਾਈਨ ਕਰਾਂ ਤੇ ਸਾਈਨ ਥੀਟਾ ਹੁੰਦਾ ਐਂਗਲ ਦੇ ਸਾਹਮਣੇ ਸਾਈਡ ਪਰਪੈਂਡੀਕੁਲਰ ਤੇ ਆ ਹਾਈਪੋਟੇਨਿਊਸ। ਗੱਲ ਸਮਝ ਲੱਗਦੀ ਪਈ? Yes, sir. Yes, sir. ਠੀਕ ਹੈ। ਤੇ ਜੇ ਇਹ ਪੁਆਇੰਟ ਇਹਦੇ ਬਹੁਤ ਕਲੋਜ਼ ਆ ਤੇ ਆਪਾਂ ਬੁੱਤ ਇੱਥੇ ਐਂਗਲ ਦੀ ਡੈਫੀਨੇਸ਼ਨ ਵੀ ਦੇ ਸਕਦੇ ਸਾਈਨ ਥੀਟਾ ਦੀ ਥਾਂ ਤੇ। ਐਂਗਲ ਦੀ ਡੈਫੀਨੇਸ਼ਨ ਅਸੀਂ ਕਿਹਨੂੰ ਕਹਿੰਦੇ? ਐਂਗਲ ਹੁੰਦਾ ਆਰਕ ਬਾਈ ਰੇਡੀਅਸ। ਗੱਲ ਸਮਝਿਓ ਧਿਆਨ ਨਾਲ ਜੋ ਦੱਸਦਾ ਮੈਂ। ਆਪਣੇ ਕੋਲ ਆ ਜਿਹੜੀ ਇਨਕਲਾਈਨਡ ਲੈਂਥ ਹੈ ਨਾ, ਇਹ ਨਹੀਂ ਪਤਾ ਕਿੰਨੀ ਆ, ਨਾ ਹੀ ਇਹ ਮੈਨੂੰ ਕਦੀ ਦਿੱਤੀ ਹੋਣੀ ਆ। ਮੈਨੂੰ ਸੈਂਟਰ ਤੋਂ ਲੈ ਕੇ ਸਲਿੱਟ ਦੇ ਸੈਂਟਰ ਤੋਂ ਲੈ ਕੇ ਸਕਰੀਨ ਤੱਕ ਦਾ ਜਿਹੜਾ ਗੈਪ ਉਹ d ਮੰਨਿਆ, ਜਿਹੜੀ ਆ ਡਿਸਟੈਂਸ ਮੇਰਾ ਨੋਨ।
ਤੇ ਅਸੀਂ ਇੱਕ ਡੈਫੀਨੇਸ਼ਨ ਐਂਗਲ ਦੀ ਲਗਾ ਰਹੇ। ਐਂਗਲ ਨੂੰ ਅਸੀਂ ਲੈਂਥ ਆਫ ਆਰਕ ਓਵਰ ਰੇਡੀਅਸ ਲਿਖਦੇ ਹਾਂ। ਤੇ ਜੇ ਐਂਗਲ ਦੇ ਸਾਹਮਣੀ ਸਾਈਡ ਨੂੰ ਮੈਂ ਆਰਕ ਗਿਣ ਲਵਾਂ ਤੇ ਆ ਜਿਹੜਾ ਡਿਸਟੈਂਸ ਇਹਨੂੰ ਮੈਂ ਰੇਡੀਅਸ ਗਿਣ ਲਵਾਂ ਤੇ ਮੇਰਾ ਥੀਟਾ ਦਾ ਫਾਰਮੂਲਾ x ਓਵਰ d ਆ ਜਾਓ। ਕੋਈ ਨਿਆਣਿਓ ਰਿਸਪੌਂਸ ਆਣਾ ਬੰਦ ਹੋ ਗਿਆ। ਮਿੰਟ 5 ਦਾ ਕੰਮ ਹੈਗਾ, ਉਹਨੂੰ ਚੱਜ ਨਾਲ ਸਮਝ ਲਓ। ਆ ਜੇ ਮੈਂ ਇਥੋਂ ਚੱਲਾਂ ਇੱਥੇ ਥੀਟਾ ਨੂੰ ਡਿਫਾਈਨ ਕਰਾਂ ਤੇ ਥੀਟਾ ਨੂੰ ਆਰਕ ਬਾਈ ਰੇਡੀਅਸ ਲਿਖ ਲਵਾਂ ਤੇ ਥੀਟਾ ਦਾ ਫਾਰਮੂਲਾ ਆਪਣੇ ਕੋਲ ਜਿਹੜਾ ਵਾ ਉਹ x ਓਵਰ d ਆ ਜਾਏਗਾ। Yes, sir. Yes, sir. Yes, sir. ਤੇ ਜੇ ਅਜ਼ੰਪਸ਼ਨ ਇਹ ਲਗਾ ਲਈਏ ਕਿ ਲੈਂਸ ਜਿਹੜਾ ਵਾ ਉਹ ਸਲਿਟ ਦੇ ਬਹੁਤ ਕਲੋਜ਼ ਪਿਆ ਵਾ ਤੇ ਫਿਰ ਇੱਥੋਂ ਲੈ ਕੇ ਇੱਥੇ ਤੱਕ ਜਿਹੜਾ d ਡਿਸਟੈਂਸ ਆ ਤੇ ਇੱਥੋਂ ਲੈ ਕੇ ਇੱਥੇ ਤੱਕ ਜਿਹੜੀ ਫੋਕਲ ਲੈਂਥ ਹੈ ਅਪਰੋਕਸੀਮੇਟਲੀ ਇਕੁਅਲ ਆ। ਇਹਦਾ ਮਤਲਬ ਇੱਕ ਪਾਸੇ ਥੀਟਾ ਨੂੰ x ਓਵਰ d ਤੇ ਦੂਜੇ ਪਾਸੇ ਅਸੀਂ ਇਹਨੂੰ ਥੀਟਾ ਨੂੰ x ਓਵਰ f ਲਿਖ ਸਕਦੇ ਹਾਂ। Yes, sir. ਤੇ ਜਿਹੜਾ ਆ ਮੇਰੇ ਕੋ ਥੀਟਾ ਦਾ ਫਾਰਮੂਲਾ ਉੱਪਰ ਬਣ ਕੇ ਆਇਆ ਲੈਮਡਾ ਬਾਈ a ਤੇ ਆ ਜਿਹੜਾ ਥੀਟਾ ਦਾ ਫਾਰਮੂਲਾ ਮੇਰੇ ਕੋਲ ਬਣਦਾ ਪਿਆ, ਇਹਨਾਂ ਨੂੰ ਆਪਸ ਚ ਇਕੁਏਟ ਕਰ ਦਈਏ ਤੇ ਆਪਣੇ ਕੋਲ ਆ ਗਿਆ ਲੈਮਡਾ ਬਾਈ a ਇਕੁਅਲ ਟੂ x ਓਵਰ d। ਠੀਕ ਆ, ਤੇ ਅਸੀਂ ਸੈਂਟਰਲ ਮੈਕਸਿਮਾ ਦੀ ਹੁਣ ਲੀਨੀਅਰ ਵਿਡਥ ਕੱਢਣ ਲੱਗੇ ਆ। ਪਹਿਲੋਂ ਜਿਹੜੀ ਆ ਵਿਡਥ ਬੋਲੀ ਸੀ ਇਹਨੂੰ ਮੈਂ ਨਾਮ ਦਿੱਤਾ ਹਾਫ ਐਂਗੂਲਰ ਵਿਡਥ। ਹੁਣ ਆ ਡਿਸਟੈਂਸ ਦੀ ਫਾਰਮ ਚ ਜਦੋਂ ਵਿਡਥ ਦੱਸਾਂਗੇ ਤੇ ਇਹਨੂੰ ਲੀਨੀਅਰ ਵਿਡਥ ਕਹਿੰਦੇ। ਇਹਦਾ ਮਤਲਬ ਹੈ ਇਤੋਂ x ਕੱਢ ਦਈਏ ਤੇ x ਦੀ ਵੈਲਿਊ ਲੈਮਡਾ d ਬਾਈ a ਆ ਜਾਊਗੀ। ਕਿਆ ਇਹਨਾਂ ਕਲੀਅਰ ਹੈ ਬੱਚੇ? Yes, sir. Yes, sir. ਹੁਣ ਜੇ ਇਹ x ਇੱਕ ਸਾਈਡ ਦੀ ਵਿਡਥ ਆਈ ਆ ਤੇ ਸੈਂਟਰਲ ਮੈਕਸਿਮਾ ਦੀ ਟੋਟਲ ਵਿਡਥ ਕੱਢਣੀ ਤੇ ਇਹਦਾ ਡਬਲ ਕਰ ਦਿਓ। ਇਹਦਾ ਮਤਲਬ ਵਿਡਥ ਆਫ ਸੈਂਟਰਲ ਮੈਕਸਿਮਾ ਜਿਹਨੂੰ ਅਸੀਂ x ਡੈਸ਼ ਲਿਖ ਦਿੰਨੇ ਉਹਦੀ ਵੈਲਿਊ 2x ਆ ਤੇ ਆਪਣੇ ਕੋਲ ਸੈਂਟਰਲ ਮੈਕਸਿਮਾ ਦੀ ਵਿਡਥ ਜਿਹੜੀ ਉਹ 2 ਲੈਮਡਾ d ਬਾਈ a ਆ। ਐਂਗੂਲਰ ਵਿਡਥ ਕਹੋਗੇ, ਬਾਰ-ਬਾਰ ਕਹਿ ਰਿਹਾ ਐਂਗੂਲਰ ਵਿਡਥ ਕਹੋਗੇ ਤੇ ਐਂਗੂਲਰ ਵਿਡਥ 2 ਲੈਮਡਾ ਬਾਈ a ਆ ਤੇ ਜੇਕਰ ਮੈਂ ਲੀਨੀਅਰ ਵਿਡਥ ਕਹੂੰਗਾ ਤੇ ਉਹਦੀ ਵੈਲਿਊ ਮੇਰੇ ਕੋਲ 2 ਲੈਮਡਾ d ਬਾਈ a ਆ। ਆ ਦੋਨਾਂ ਚ ਡਿਫਰੈਂਸ ਸਮਝ ਲੱਗਿਆ? Yes, sir. Yes. ਚਲ ਆ ਤੁਹਾਡੇ ਕੋਲ ਡਿਫਰੈਕਸ਼ਨ ਵਾਲਾ ਕੰਮ ਕੰਪਲੀਟ ਆ। ਕੁਝ ਚੀਜ਼ ਨਾਲ ਦੇ ਰਿਹਾ ਜਿਹੜੀ ਪੜ੍ਹ ਲੂੰਗੇ ਆਪਾਂ, ਐਕਸਪਲੇਨ ਉਹਦਾ ਕਰ ਲਈ ਉਹ ਟਰਮ। ਨੈਕਸਟ ਤੁਹਾਡੇ ਕੋਲ ਪੇਜ ਦੇ ਉੱਤੇ ਤੁਹਾਨੂੰ ਡਿਫਰੈਂਸ ਮਿਲੂਗਾ ਡਿਫਰੈਕਸ਼ਨ ਪੈਟਰਨ ਡਿਊ ਟੂ ਮੋਨੋਕ੍ਰੋਮੈਟਿਕ ਐਂਡ ਵਾਈਟ ਲਾਈਟ। ਆਪਾਂ ਲਾਈਟ ਦਾ ਸੋਰਸ ਜਿਹੜਾ ਸੀ ਉਹ ਮੋਨੋਕ੍ਰੋਮੈਟਿਕ ਰੱਖ ਕੇ ਗੱਲ ਕੀਤੀ ਹੋਈ ਆ। ਠੀਕ ਹੈ, ਇਹ ਆਲਰੇਡੀ ਇੰਟਰਫੇਰੈਂਸ ਵੀ ਪੜ੍ਹੀ ਆਪਾਂ। ਇੱਕ ਤੁਹਾਨੂੰ ਦਿੱਤਾ ਉੱਥੇ ਨੇ ਡਿਫਰੈਂਸ ਬਿਟਵੀਨ ਇੰਟਰਫੇਰੈਂਸ ਐਂਡ ਡਿਫਰੈਕਸ਼ਨ, ਇਹ ਨਾਲ ਹੀ ਐਕਸਪਲੇਨ ਹੋ ਚੁੱਕਾ, ਇੱਕ ਵਾਰੀ ਪੜ੍ਹ ਕੇ ਉਹਨੂੰ ਦੇਖ ਲਿਓ। ਇੱਕ ਛੋਟੀ ਜਿਹੀ ਟਰਮ ਦੇਣ ਲੱਗਿਆ ਤੁਹਾਨੂੰ ਪੜ੍ਹਨ ਵਾਸਤੇ, ਟੌਪਿਕ ਦਾ ਨਾਮ ਹੈਗਾ ਫ੍ਰੈਜ਼ਨਲ ਡਿਸਟੈਂਸ। ਫ੍ਰੈਜ਼ਨਲ ਡਿਸਟੈਂਸ ਹਾਰਡਲੀ 2 ਲਾਈਨਾਂ ਦਾ ਇੱਕ ਛੋਟਾ ਟੌਪਿਕ ਆ, ਲਾਸਟ ਉਹੀ ਇਸ ਚੈਪਟਰ ਦਾ ਆਪਣਾ ਟੌਪਿਕ ਬਣਨਾ ਫ੍ਰੈਜ਼ਨਲ ਡਿਸਟੈਂਸ। ਠੀਕ ਹੈ, ਉਹ ਇੱਕ ਟੌਪਿਕ ਛੋਟਾ ਜਿਹਾ ਹੈਗਾ 2 ਲਾਈਨਾਂ ਦਾ, ਉਹਨੂੰ ਜ਼ਰੂਰ ਪੜ੍ਹ ਲਿਓ ਕੱਲ ਵਾਲੀ ਕਲਾਸ ਤੋਂ ਪਹਿਲਾਂ ਤੇ ਕੱਲ ਡਿਫਰੈਕਸ਼ਨ ਦੇ ਨਾਲ ਹੀ ਨੂਮੈਰੀਕਲ ਕਰਾਉਂਗਾ। ਠੀਕ ਹੈ ਜੀ? Okay, sir. Yes, sir.